हेलो स्टूडेंट्स, अज असी चैप्टर स्टार्ट करना सरफेस कैमिस्ट्री। इस चैप्टर के अंदर मेन 3 टॉपिक्स आ। फर्स्ट एडसॉर्प्शन, सैकेंड कैटालिसिस, थर्ड कोलाइडल स्टेट। असी सब तो पहला एडसॉर्प्शन बारे डिस्कस करांगे। उस तो पहला असी समझते हैं सरफेस कैमिस्ट्री की है। सरफेस कैमिस्ट्री दी ओ ब्रांच है जिहदे विच ਆਪਾਂ ਜਿਹੜੀਆਂ ਰਿਐਕਸ਼ਨਸ ਦੀ ਸਟੱਡੀ ਕਰਦੇ ਹਾਂ ਜਾਂ ਪ੍ਰੋਸੈਸਿਸ ਦੀ ਸਟੱਡੀ ਕਰਦੇ ਹਾਂ ਉਹ ਸਿਰਫ ਸਰਫੇਸ ਨਾਲ ਰਿਲੇਟਿਡ ਹੁੰਦੀਆਂ ਮੀਨਸ ਸੋਲਿਡ ਜਾਂ ਲਿਕੁਇਡ ਦੇ ਸਰਫੇਸ 'ਤੇ ਕੀ ਹੋ ਰਿਹਾ, ਕਿਹੜੀਆਂ ਪ੍ਰੋਸੈਸਿਸ ਹੋ ਰਹੀਆਂ ਅਤੇ ਕਿੱਦਾਂ ਹੋ ਰਹੀਆਂ, ਪੂਰਾ ਮਕੈਨਿਜ਼ਮ ਸਟੱਡੀ ਕਰਦੇ ਹਾਂ। ਓਕੇ, ਸੋ ਇਹਨੂੰ ਆਪਾਂ ਕੀ ਕਹਿੰਦੇ ਹਾਂ, ਪੂਰੀ ਸਟੱਡੀ ਨੂੰ ਸਰਫੇਸ ਕੈਮਿਸਟਰੀ। ਜਿਵੇਂ ਅਸੀਂ ਡਾਇਗਰਾਮ 'ਚ ਵੀ ਦੇਖ ਸਕਦੇ ਹਾਂ ਕਿ ਨੀਚੇ ਸਾਡੇ ਕੋਲ ਕੀ ਹੈ, ਸੋਲਿਡ ਪਿਆ ਹੋਇਆ ਹੈ ਨਾ, ਸੋਲਿਡ ਹੈ ਕੋਈ ਚੀਜ਼, ਉਹਦੇ ਸਰਫੇਸ 'ਤੇ ਕੁਛ ਮੋਲੀਕਿਊਲਸ ਜਿਹੜੇ ਆ ਇੰਟਰੈਕਟ ਕਰ ਰਹੇ ਆ। ਠੀਕ ਹੈ, ਸੋ ਆਪਾਂ ਇੱਦਾਂ ਚਾਹੇ ਸੋਲਿਡ ਵੀ ਲੈ ਸਕਦੇ ਹਾਂ, ਆਪਾਂ ਲਿਕੁਇਡ ਵੀ ਲੈ ਸਕਦੇ ਹਾਂ, ਕਿਉਂਕਿ ਸੋਲਿਡ ਅਤੇ ਲਿਕੁਇਡ ਦਾ ਕੀ ਹੁੰਦਾ, ਸਰਫੇਸ ਹੁੰਦਾ ਹੈ ਨਾ, ਬਟ ਗੈਸ ਦਾ ਕੋਈ ਸਰਫੇਸ ਨਹੀਂ ਹੁੰਦਾ। ਗੈਸ ਤਾਂ ਮੂਵੇਬਲ ਹੁੰਦੀ ਆ, ਗੈਸ ਮੋਲੀਕਿਊਲਸ ਇੱਧਰ ਉੱਧਰ ਮੂਵ ਕਰਦੇ ਰਹਿੰਦੇ ਆ। ਸੋ ਸੋਲਿਡ ਅਤੇ ਲਿਕੁਇਡ ਦੇ ਸਰਫੇਸ 'ਤੇ ਜੋ ਵੀ ਫਿਨੋਮੀਨਾ ਹੁੰਦਾ ਹੈ, ਜੋ ਪ੍ਰੋਸੈਸਿਸ ਹੋਣਗੀਆਂ, ਉਹਦੀ ਆਪਾਂ ਸਟੱਡੀ ਸਰਫੇਸ ਕੈਮਿਸਟਰੀ ਦੇ ਅੰਦਰ ਕਰਦੇ ਹਾਂ। ਕਲੀਅਰ? ਸਰਫੇਸ ਕੈਮਿਸਟਰੀ ਦੇ ਅੰਦਰ ਮੇਨ ਸਾਡੇ ਕੋਲ 3 ਟੋਪਿਕਸ ਆਉਂਦੇ ਆ। ਫਸਟ ਹੈ ਐਡਸੋਰਪਸ਼ਨ, ਸੈਕਿੰਡ ਹੈ ਕੈਟਾਲਿਸਿਸ, ਥਰਡ ਹੈ ਕੋਲਾਈਡਲ ਸਟੇਟ। ਕਲੀਅਰ? ਸੋ ਸਭ ਤੋਂ ਪਹਿਲਾਂ ਆਪਾਂ ਐਡਸੋਰਪਸ਼ਨ ਨੂੰ ਡਿਟੇਲ 'ਚ ਪੜ੍ਹਾਂਗੇ, ਫਿਰ ਆਪਾਂ ਕੈਟਾਲਿਸਿਸ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ, ਫਿਰ ਆਪਾਂ ਕੋਲਾਈਡਲ ਸਟੇਟ ਨੂੰ ਪੜ੍ਹਾਂਗੇ। ਕਲੀਅਰ ਆ? ਸੋ ਹੁਣ ਸਭ ਤੋਂ ਪਹਿਲਾਂ ਐਡਸੋਰਪਸ਼ਨ ਆਉਂਦੀ ਹੈ। ਐਡਸੋਰਪਸ਼ਨ ਹੈ ਕੀ ਹੈ, ਇਹਨੂੰ ਸਮਝਦੇ ਹਾਂ। ਇਹਦੇ ਲਈ ਆਪਾਂ ਪਹਿਲਾਂ ਇੱਕ ਕੰਟੇਨਰ ਲੈਂਦੇ ਹਾਂ। ਠੀਕ ਹੈ, ਉਸ ਕੰਟੇਨਰ ਦੇ ਅੰਦਰ ਇੱਕ ਗੈਸ ਫਿਲ ਕੀਤੀ ਹੋਈ ਆ। ਪੂਰਾ ਕੰਟੇਨਰ ਜਿਹੜਾ ਹੈ ਉਹ ਗੈਸ ਦੇ ਨਾਲ ਫਿਲ ਹੈ, ਕੋਈ ਵੀ ਗੈਸ ਹੋ ਸਕਦੀ ਆ। ਠੀਕ ਹੈ, ਉਹ ਗੈਸ ਦੇ ਨਾਲ ਫਿਲ ਕੀਤਾ ਹੋਇਆ ਮੀਨਸ ਉਸ ਟਾਈਮ ਜਿਹੜਾ ਕੰਟੇਨਰ ਦੇ ਅੰਦਰ ਗੈਸ ਦਾ ਪ੍ਰੈਸ਼ਰ ਜ਼ਿਆਦਾ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਫਾਈਨਲੀ ਡਿਵਾਈਡਡ ਚਾਰਕੋਲ ਪਾ ਦੇਣਾ ਉਸ ਵੈਸਲ ਦੇ ਅੰਦਰ, ਉਸ ਕੰਟੇਨਰ ਦੇ ਅੰਦਰ ਫਾਈਨਲੀ ਡਿਵਾਈਡਡ ਚਾਰਕੋਲ ਕਿ ਇੱਕ ਕਾਰਬਨ ਦੀ ਫੋਰਮ ਹੁੰਦੀ ਹੈ। ਠੀਕ ਹੈ, ਉਹਨੂੰ ਅਗਰ ਕੰਟੇਨਰ 'ਚ ਪਾ ਦੇਈਏ ਤਾਂ ਕੀ ਹੋਏਗਾ, ਚਾਰਕੋਲ ਪਾਉਣ 'ਤੇ ਥੋੜ੍ਹੀ ਦੇਰ ਬਾਅਦ ਹੀ ਕੰਟੇਨਰ ਦੇ ਅੰਦਰ ਗੈਸ ਦਾ ਪ੍ਰੈਸ਼ਰ ਜਿਹੜਾ ਆ ਉਹ ਘੱਟ ਜਾਏਗਾ। ਉਹ ਪ੍ਰੈਸ਼ਰ ਕਿਉਂ ਘੱਟ ਗਿਆ, ਕਿਉਂਕਿ ਗੈਸ ਦੇ ਮੋਲੀਕਿਊਲਸ ਜਿਹੜੇ ਸੀਗੇ ਉਹ ਸੋਲਿਡ ਦੇ ਸਰਫੇਸ 'ਤੇ ਮਤਲਬ ਚਾਰਕੋਲ ਦੇ ਸਰਫੇਸ ਦੇ ਉੱਪਰ ਜਾ ਕੇ ਇਕੱਠੇ ਹੋ ਗਏ। ਸੋ ਇਸ ਤਰ੍ਹਾਂ ਕਾਫੀ ਜਿਹੜੇ ਮੋਲੀਕਿਊਲਸ ਆ ਸੋਲਿਡ ਦੇ ਸਰਫੇਸ 'ਤੇ ਆ ਕੇ ਇਕੱਠੇ ਹੋ ਜਾਂਦੇ, ਉੱਥੇ ਅਕੋਮੂਲੇਟ ਹੋ ਜਾਂਦੇ ਆ। ਠੀਕ ਹੈ, ਪਰ ਜਿਹੜਾ ਪਿੱਛੇ ਜਿਹੜਾ ਕੰਟੇਨਰ ਹੈ ਉਹ ਤਾਂ ਫਿਰ ਖਾਲੀ ਹੋ ਜਾਂਦਾ ਹੈ, ਜਿਹਦੇ ਕਰਕੇ ਗੈਸ ਦਾ ਪ੍ਰੈਸ਼ਰ ਜਿਹੜਾ ਕੰਟੇਨਰ ਦੇ ਅੰਦਰ ਘੱਟ ਜਾਂਦਾ ਹੈ ਜਦੋਂ ਉਹਦੇ ਵਿੱਚ ਆਪਾਂ ਕੋਈ ਚਾਰਕੋਲ ਦੇ ਪੀਸਿਸ ਪਾਉਣੇ ਆ। ਕਲੀਅਰ ਆ? ਉਸ ਤੋਂ ਬਾਅਦ ਇਹ ਓਬਜ਼ਰਵ ਕੀਤਾ ਗਿਆ, ਦੇਖਿਆ ਗਿਆ ਐਕਸਪੈਰੀਮੈਂਟਲੀ ਕਿ ਜਿਹੜੇ ਗੈਸ ਦੇ ਮੋਲੀਕਿਊਲ ਸੀਗੇ ਸਿਰਫ ਚਾਰਕੋਲ ਦੇ ਸਰਫੇਸ ਦੇ ਉੱਪਰ ਹੀ ਰਹੇ ਆ। ਮਤਲਬ ਉਹ ਅੰਦਰ ਡੀਪ 'ਚ ਨਹੀਂ ਗਏ, ਬਲਕ ਵਿੱਚ ਨਹੀਂ ਗਏ, ਸਿਰਫ ਸਰਫੇਸ ਦੇ ਉੱਪਰ ਹੀ ਰਹੇ ਆ। ਸੋ ਉਹ ਗੈਸ ਮੋਲੀਕਿਊਲ ਦੀ ਜਿਹੜੀ ਕੰਸਨਟ੍ਰੇਸ਼ਨ ਆ ਉਹ ਜ਼ਿਆਦਾ ਸਰਫੇਸ ਦੇ ਉੱਪਰ ਰਹੀ ਆ, ਨਾ ਕਿ ਬਲਕ ਵਿੱਚ ਰਹੀ ਹੈ। ਠੀਕ ਹੈ, ਸੋ ਇੱਦਾਂ ਦੇ ਪ੍ਰੋਸੈਸ ਦਾ ਨਾਮ ਹੀ ਐਡਸੋਰਪਸ਼ਨ ਆ। ਦ ਫਿਨੋਮੀਨਨ ਆਫ ਹਾਇਰ ਕੰਸਨਟ੍ਰੇਸ਼ਨ ਆਫ ਐਨੀ ਸਪੀਸ਼ੀਜ਼ ਐਟ ਦ ਸਰਫੇਸ ਦੈਨ ਇਨ ਦ ਬਲਕ ਇਜ਼ ਕਾਲਡ ਐਡਸੋਰਪਸ਼ਨ। ਸੋ ਹੁਣ ਐਡਸੋਰਪਸ਼ਨ ਕੀ ਹੋਈ, ਉਹ ਫਿਨੋਮੀਨਨ, ਉਹ ਕਿਰਿਆ ਜਿਹਦੇ ਵਿੱਚ ਜ਼ਿਆਦਾ ਸਪੀਸ਼ੀਜ਼ ਸਰਫੇਸ ਦੇ ਉੱਪਰ ਇਕੱਠੀਆਂ ਹੋਣ, ਜ਼ਿਆਦਾ ਉਹਨਾਂ ਦੀ ਸੰਘਣਤਾ, ਜ਼ਿਆਦਾ ਕੰਸਨਟ੍ਰੇਸ਼ਨ ਜਿਹੜੀ ਆ ਉਹ ਸਰਫੇਸ ਦੇ ਉੱਪਰ ਹੀ ਰਵੇ, ਬਲਕ ਵਿੱਚ ਨਾ ਰਵੇ, ਜਾਂ ਰਵੇ ਬਹੁਤ ਘੱਟ ਰਵੇ, 1-2 ਮੋਲੀਕਿਊਲਸ ਬਲਕ ਵਿੱਚ ਆ ਕੇ, ਬਾਕੀ ਸਾਰੇ ਆਲਮੋਸਟ ਜਿਹੜੇ ਕੰਸਨਟ੍ਰੇਸ਼ਨ ਸੀਗੇ ਮੋਲੀਕਿਊਲਸ ਸਾਰੇ ਇਕੱਠੇ ਕਿੱਥੇ ਹੋ ਗਏ, ਸਰਫੇਸ 'ਤੇ ਹੋ ਗਏ। ਇੱਦਾਂ ਦੀ ਪ੍ਰੋਸੈਸ ਨੂੰ ਆਪਾਂ ਕੀ ਨਾਮ ਦਿੰਦੇ ਹਾਂ, ਐਡਸੋਰਪਸ਼ਨ। ਸੋ ਡੈਫੀਨੇਸ਼ਨ ਕੀ ਹੋਈ, the phenomenon of attracting and retaining the molecules of a substance at the surface of a solid or a liquid, resulting into higher concentration of the molecules on the surface than in the bulk, is called adsorption. ਅੱਗੇ ਹੈ ਸਾਡੇ ਕੋਲ ਟਰਮ adsorbent and adsorbate। ਜਿਵੇਂ ਅਸੀਂ ਐਗਜ਼ਾਮਪਲ ਲਈ ਸੀਗੀ ਚਾਰਕੋਲ ਵਾਲੀ ਕਿ ਫਾਈਨਲੀ ਪਾਊਡਰਡ ਚਾਰਕੋਲ ਲੈਣਾ ਆ। ਪਾਊਡਰ ਕਿਵੇਂ ਦਾ ਹੁੰਦਾ, ਅਗਰ ਉਹਨੂੰ ਥੋੜ੍ਹਾ ਜ਼ੂਮ ਕਰਕੇ ਦੇਖੇ ਸਫੈਰੀਕਲ ਸ਼ੇਪ ਦਾ ਹੁੰਦਾ। ਸੋ ਇੱਥੇ ਸਫੈਰੀਕਲ ਸ਼ੇਪ ਦੀ ਕੀ ਲਈ ਹੈ, ਐਕਟੀਵੇਟਿਡ ਚਾਰਕੋਲ, ਅਤੇ ਉਹਦੇ ਦੁਆਲੇ ਸਰਫੇਸ ਦੇ ਉੱਪਰ ਆਲੇ ਦੁਆਲੇ ਕੀ ਲੱਗ ਗਏ, ਗੈਸ ਦੇ ਮੋਲੀਕਿਊਲਸ ਲੱਗ ਗਏ। ਸੋ ਇੱਥੇ ਜਿਹੜਾ ਐਕਟੀਵੇਟਿਡ ਚਾਰਕੋਲ ਆ ਉਹ ਐਡਜ਼ੋਰਬੈਂਟ ਕਹਿਲਾਉਂਦਾ ਆ, ਅਤੇ ਜਿਹੜੇ ਗੈਸ ਦੇ ਮੋਲੀਕਿਊਲਸ ਆ ਉਹ ਐਡਜ਼ੋਰਬੇਟ ਕਹਿਲਾਉਂਦੇ ਆ। ਅਤੇ ਇਸ ਪੂਰੇ ਫਿਨੋਮੀਨਨ ਨੂੰ ਕੀ ਬੋਲਦੇ ਹਾਂ ਆਪਾਂ, ਐਡਸੋਰਪਸ਼ਨ। ਇਹ ਨੈਕਸਟ 2 ਡਾਇਗਰਾਮਸ ਵੀ ਐਡਸੋਰਪਸ਼ਨ ਦੀਆਂ, ਇਹਦੇ 'ਚ ਐਡਜ਼ੋਰਬੇਟ ਦਿਖਾਏ, ਜਿਹੜੇ ਗੈਸ ਦੇ ਮੋਲੀਕਿਊਲਸ ਉੱਪਰ ਲੱਗੇ ਆ, ਉਹਨਾਂ ਨੀਚੇ ਸਰਫੇਸ ਆ ਥੱਲੇ, ਉਹਨੂੰ ਐਡਜ਼ੋਰਬੈਂਟ ਕਹਿੰਦੇ ਆ।
ਜਿਹੜਾ ਐਡਜ਼ੋਰਬੇਟ ਆ, ਐਡਜ਼ੋਰਬੇਟ मतलब कोई भी गैस के मॉलीक्यूल्स आ ਜਿਹੜੇ ਸੋਲਿਡ ਜਾਂ ਲਿਕੁਇਡ ਦੇ ਜਿਹੜੇ ਸਰਫੇਸ ਦੇ ਉੱਪਰ ਜਾਂਦੇ ਆ, ਮੀਨਸ ਉਹਨਾਂ ਦੇ ਵਿੱਚ ਇੱਕ ਅਟਰੈਕਸ਼ਨਸ ਆ ਤਾਂ ਹੀ ਉਹਦੇ ਕੋਲ ਜਾਂਦੇ ਆ। ਸੋ ਜਿਹੜਾ ਇੰਟਰਮੋਲੀਕੂਲਰ ਅਟਰੈਕਸ਼ਨਸ ਹੁੰਦੀਆਂ ਆ ਬਿਟਵੀਨ ਐਡਜ਼ੋਰਬੈਂਟ ਐਂਡ ਐਡਜ਼ੋਰਬੇਟ, ਇੰਟਰਮੋਲੀਕੂਲਰ ਅਟਰੈਕਸ਼ਨਸ ਕਰਕੇ ਹੀ ਐਡਜ਼ੋਰਪਸ਼ਨ ਹੁੰਦੀ ਹੈ। ਤੁਸੀਂ ਡਾਇਗਰਾਮ ਦੇ ਅੰਦਰ ਦੇਖ ਸਕਦੇ ਹੋ, ਪਹਿਲੇ ਦੇ ਵਿੱਚ ਕੀ ਹੈ, ਇੱਕੋ ਲੇਅਰ ਬਣੀ ਹੋਈ ਹੈ, ਦੂਸਰੇ ਦੇ ਵਿੱਚ ਕੀ ਆ, 2-3 ਲੇਅਰਸ ਬਣੀਆਂ ਹੋਈਆਂ। ਕਲੀਅਰ ਹੈ। ਸੋ ਇਹ ਕੀ ਹੈ, ਅਟਰੈਕਸ਼ਨ ਆ ਮੋਲੀਕਿਊਲਸ ਦੇ ਵਿਚਕਾਰ, ਤਾਂ ਹੀ ਜੁੜਦੇ ਆ ਉਹ। ਇਹ +1 ਦੇ ਅੰਦਰ ਡਿਟੇਲ 'ਚ ਪੜ੍ਹਿਆ ਹੋਇਆ ਤੁਸੀਂ। ਅਟਰੈਕਸ਼ਨਸ ਕੀ ਹੁੰਦੀਆਂ ਆ, ਡਿਫਰੈਂਟ ਟਾਈਪ ਦੀਆਂ ਤੁਸੀਂ ਅਟਰੈਕਸ਼ਨਸ ਪੜ੍ਹੀਆਂ ਹੋਈਆਂ +1 ਦੇ ਅੰਦਰ। ਸੋ ਆਈ ਹੋਪ ਤੁਹਾਨੂੰ ਹੁਣ ਐਡਜ਼ੋਰਪਸ਼ਨ ਟਰਮ ਪੂਰੇ ਡਿਟੇਲ 'ਚ ਸਮਝ ਆ ਗਈ ਹੋਏਗੀ। ਸੋ ਹੁਣ ਅੱਗੇ ਹੈ ਸਾਡੇ ਕੋਲ ਟਰਮ ਡੀਜ਼ੋਰਪਸ਼ਨ। ਡੀਜ਼ੋਰਪਸ਼ਨ ਕੀ ਆ, ਜਿਹੜੇ ਵੀ ਗੈਸ ਦੇ ਮੋਲੀਕਿਊਲਸ ਸੋਲਿਡ ਦੇ ਸਰਫੇਸ 'ਤੇ ਐਡਜ਼ੋਰਬ ਹੋਏ ਸੀਗੇ, ਮੀਨਸ ਐਡਜ਼ੋਰਬੇਟ ਜਿਹੜਾ ਆ ਉਹ ਸਰਫੇਸ ਤੋਂ ਰਿਮੂਵ ਹੋ ਜਾਂਦਾ ਆ, ਉਸ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਡੀਜ਼ੋਰਪਸ਼ਨ। ਡਾਇਗਰਾਮ 'ਚ ਦੇਖ ਸਕਦੇ ਹੋ, ਸੈਂਟਰ 'ਚ ਲਿਖਿਆ ਹੋਇਆ ਐਡਜ਼ੋਰਬੈਂਟ ਸੋਲਿਡ, ਮੀਨਸ ਇਹ ਕੀ ਆ, ਇਹਦੇ ਉੱਪਰ ਗੈਸ ਦੇ ਮੋਲੀਕਿਊਲਸ ਜੁੜੇ ਸੀ ਨਾ ਇਹਦੇ ਆਲੇ ਦੁਆਲੇ ਸਰਫੇਸ ਦੇ ਉੱਪਰ। ਸੋ ਉਹ ਕੀ ਹੈ, ਐਰੋ ਦੇਖੋ ਬਾਹਰ ਨੂੰ ਪਾਏ ਹੋਏ ਆ, ਇਹਦਾ ਮਤਲਬ ਰਿਮੂਵ ਹੋ ਰਹੇ ਆ ਗੈਸ ਦੇ ਮੋਲੀਕਿਊਲਸ ਇਹਦੇ ਸਰਫੇਸ ਤੋਂ, ਇਹਨੂੰ ਹੀ ਡੀਜ਼ੋਰਪਸ਼ਨ ਕਹਿੰਦੇ ਆ। ਅੱਗੇ ਸਾਡੇ ਕੋਲ ਓਕਲੂਜਨ, ਕਿਸੇ ਮੈਟਲ ਦੇ ਸਰਫੇਸ 'ਤੇ ਗੈਸ ਮੋਲੀਕਿਊਲਸ ਐਡਜ਼ੋਰਬ ਹੋਣ, ਉਸ ਪ੍ਰੋਸੈਸ ਦਾ ਨਾਮ ਓਕਲੂਜਨ। ਅੱਗੇ ਸਾਡੇ ਕੋਲ ਐਡਜ਼ੋਰਪਸ਼ਨ ਦੀਆਂ ਐਗਜ਼ੈਂਪਲਸ ਆ। ਫਸਟ ਐਗਜ਼ੈਂਪਲ ਤਾਂ ਉਹੀ ਆ, ਐਡਜ਼ੋਰਪਸ਼ਨ ਆਫ ਏ ਗੈਸ ਬਾਏ ਚਾਰਕੋਲ, ਮੀਨਸ ਆਪਾਂ ਚਾਰਕਲ ਪਾਊਡਰ ਫਾਰਮ 'ਚ ਲਵਾਂਗੇ। ਪਾਊਡਰ ਫਾਰਮ 'ਚ ਕਿਉਂ ਲਵਾਂਗੇ, ਕਿਉਂਕਿ ਜਿੰਨਾ ਜ਼ਿਆਦਾ ਆਪਾਂ ਕੋਲ ਸਰਫੇਸ ਏਰੀਆ ਹੋਊਗਾ ਉਨਾ ਜ਼ਿਆਦਾ ਗੈਸ ਦੇ ਮੋਲੀਕਿਊਲਸ ਜਿਹੜੇ ਆ ਐਡਜ਼ੋਰਬ ਹੋ ਜੂਗੇ ਐਡਜ਼ੋਰਬੈਂਟ ਦੇ ਉੱਪਰ। ਠੀਕ ਹੈ। ਅਤੇ ਸਾਨੂੰ ਜਿਹੜੀ ਅਗਰ ਗੈਸ ਨਹੀਂ ਚਾਹੀਦੀ ਹੈਗੀ ਅਤੇ ਗੈਸ ਹੈ ਕੋਈ ਆਲੇ ਦੁਆਲੇ, ਸਾਨੂੰ ਵੈਕਿਊਮ ਚਾਹੀਦਾ ਹੈ, ਤਾਂ ਆਪਾਂ ਉੱਥੇ ਚਾਰਕੋਲ ਦਾ ਪਾਊਡਰ ਫਾਰਮ ਰੱਖ ਦਾਂਗੇ, ਤਾਂ ਜ਼ਿਆਦਾ ਤੋਂ ਜ਼ਿਆਦਾ ਗੈਸ ਦੇ ਮੋਲੀਕਿਊਲਸ ਉਹਦੇ ਸਰਫੇਸ 'ਤੇ ਐਡਜ਼ੋਰਬ ਹੋ ਜੂਗੇ। ਕਲੀਅਰ ਆ। ਇਸ ਤਰ੍ਹਾਂ ਜਿਹੜੀ ਫਸਟ ਐਗਜ਼ਾਮਪਲ ਹੈ ਐਡਜ਼ੋਰਪਸ਼ਨ ਆਫ ਏ ਗੈਸ ਬਾਏ ਚਾਰਕੋਲ। ਸੈਕਿੰਡ ਹੈ ਐਡਜ਼ੋਰਪਸ਼ਨ ਆਫ ਏ ਡਾਈ ਬਾਏ ਚਾਰਕੋਲ। ਅਗਰ ਔਰਗੈਨਿਕ ਡਾਈਜ਼ ਦਾ ਸੋਲਿਊਸ਼ਨ ਲਈਏ, ਇੱਕ ਐਗਜ਼ਾਮਪਲ ਹੈ ਮਿਥਿਲਿਨ ਬਲੂ, ਇੱਕ ਡਾਈ ਹੈ, ਉਹਨੂੰ ਪਾਣੀ 'ਚ ਡਿਜ਼ੋਲਵ ਕਰਕੇ ਪੂਰੇ ਬਲੂ ਕਲਰ ਦਾ ਸੋਲਿਊਸ਼ਨ ਬਣ ਜਾਂਦਾ, ਨੀਲੇ ਰੰਗ ਦਾ। ਠੀਕ ਆ। ਉਹਦੇ 'ਚ ਐਨੀਮਲ ਚਾਰਕੋਲ ਪਾ ਦਈਏ ਅਤੇ ਸ਼ੇਕ ਕਰ ਦਈਏ, ਕੀ ਹੋਊਗਾ, ਹੌਲੀ ਹੌਲੀ ਜਿਹੜਾ ਕਲਰ ਆ ਬਲੂ ਕਲਰ ਉਹ ਕਲਰਲੈਸ ਹੋ ਜਾਊਗਾ। ਮੀਨਸ ਸਾਰਾ ਕਲਰ ਕਿੱਥੇ ਗਿਆ, ਉਹ ਜਿਹੜਾ ਐਨੀਮਲ ਚਾਰਕੋਲ ਨੇ ਆਪਣੇ ਸਰਫੇਸ ਦੇ ਉੱਪਰ ਐਡਜ਼ੋਰਬ ਕਰਵਾ ਲਿਆ। ਕਲੀਅਰ ਆ। ਸੋ ਉਸ ਤੋਂ ਬਾਅਦ ਸਾਨੂੰ ਜਿਹੜਾ ਪੂਰਾ ਕਲਰ ਆ ਸੋਲਿਊਸ਼ਨ ਦਾ ਉਹ ਵਾਈਟ ਕਲਰ ਨਜ਼ਰ ਆਏਗਾ, ਮਤਲਬ ਬਲੂ ਤੋਂ ਕਲਰਲੈਸ ਵਿੱਚ ਚੇਂਜ ਹੋ ਗਿਆ ਜਦੋਂ ਐਨੀਮਲ ਚਾਰਕੋਲ ਪਾਇਆ। ਐਨੀਮਲ ਚਾਰਕੋਲ ਇੱਥੇ ਐਡਜ਼ੋਰਬੈਂਟ ਦਾ ਕੰਮ ਕਰਦਾ ਆ, ਔਰ ਜਿਹੜਾ ਬਲੂ ਕੰਪੋਨੈਂਟ ਹੈ, ਬਲੂ ਕਲਰ ਹੈ, ਉਹ ਕੀ ਕੰਮ ਕਰਦਾ ਹੈ, ਐਡਜ਼ੋਰਬੇਟ ਹੈ। ਠੀਕ ਹੈ। ਸੋ ਇੱਥੇ ਕਿਹੜੀ ਪ੍ਰੋਸੈਸ ਹੋਈ ਆ, ਐਡਜ਼ੋਰਪਸ਼ਨ ਹੋਈ ਆ। ਇਸ ਤਰ੍ਹਾਂ ਕੋਈ ਵੀ ਡਾਈਜ਼ ਦਾ ਸੋਲਿਊਸ਼ਨ ਹੈ, ਰੰਗਦਾਰ ਕੋਈ ਵੀ ਸੋਲਿਊਸ਼ਨ ਆ, ਤਾਂ ਉਹਨੂੰ ਆਪਾਂ ਕਲਰਲੈਸ ਕਨਵਰਟ ਕਰ ਸਕਦੇ ਹਾਂ ਬਾਈ ਯੂਜ਼ਿੰਗ ਐਨੀਮਲ ਚਾਰਕੋਲ। ਇਹਦਾ ਯੂਜ਼ ਵੱਡੀਆਂ ਇੰਡਸਟਰੀਜ਼ ਵਿੱਚ ਹੁੰਦਾ ਹੈ, ਅਤੇ ਜਿਹੜੇ ਚੁੰਨੀਆਂ ਰੰਗਦੇ ਆ ਉਹ ਵੀ ਇਹਦਾ ਯੂਜ਼ ਕਰ ਲੈਂਦੇ ਆ। ਜਿਹੜੇ ਚੁੰਨੀਆਂ ਰੰਗਦੇ ਆ ਉਹ ਰੰਗ ਕੀ ਹੈ, ਐਕਚੁਅਲੀ ਡਾਈਜ਼ ਹੀ ਹੈ ਉਹ ਵੀ। ਇਸੇ ਤਰ੍ਹਾਂ ਜਿਹੜੀ ਸ਼ੂਗਰ ਬਣਦੀ ਹੈ, ਮੀਨਸ ਜਿਹੜੀ ਖੰਡ ਬਣਦੀ ਆ, ਉਹਦਾ ਜਿਹੜਾ ਸੋਲਿਊਸ਼ਨ ਹੁੰਦਾ ਹੈ ਪਹਿਲਾਂ, ਮਤਲਬ ਸ਼ੂਗਰ ਦਾ ਪਹਿਲਾਂ ਐਕੁਅਸ ਸੋਲਿਊਸ਼ਨ ਬਣਦਾ ਆ, ਉਹ ਯੈਲੋਇਸ਼ ਬਰਾਊਨ ਕਲਰ ਦਾ ਹੁੰਦਾ ਹੈ। ਜਦੋਂ ਹੀ ਉਹਨੂੰ ਚਾਰਕੋਲ ਦੇ ਉੱਪਰੋਂ ਪਾਸ ਕਰਵਾਇਆ ਜਾਂਦਾ ਆ ਤਾਂ ਕੀ ਹੁੰਦਾ ਆ, ਜਿਹੜਾ ਸੋਲਿਊਸ਼ਨ ਆ ਉਹ ਕਲਰਲੈਸ ਨਿਕਲਦਾ ਹੈ। ਮਤਲਬ ਜਿਹੜਾ ਕਲਰ ਹੈ ਸ਼ੂਗਰ ਸੋਲਿਊਸ਼ਨ ਦਾ, ਉਹ ਸਾਰਾ ਕਿੱਥੇ ਐਡਜ਼ੋਰਬ ਹੋ ਜਾਂਦਾ ਹੈ, ਚਾਰਕੋਲ ਦੇ ਉੱਪਰ ਐਡਜ਼ੋਰਬ ਹੋ ਜਾਂਦਾ ਹੈ। ਕਲੀਅਰ ਆ। ਬਾਅਦ ਜਿਹੜਾ ਸੋਲਿਊਸ਼ਨ ਨਿਕਲਦਾ ਉਹ ਕਲਰਲੈਸ ਨਿਕਲਦਾ ਹੈ। ਸੋ ਜਿਹੜੀ ਸਾਨੂੰ ਖੰਡ ਮਿਲਦੀ ਹੈ ਉਹ ਵਾਈਟ ਕਲਰ ਦੀ ਹੁੰਦੀ ਹੈ ਇਸੇ ਕਰਕੇ। ਕਲੀਅਰ ਆ। ਇੱਦਾਂ ਹੀ ਅੱਗੇ ਐਗਜ਼ਾਮਪਲ ਆ ਸਿਲਿਕਾ ਜੈਲ, ਇੱਕ ਐਡਜ਼ੋਰਬੈਂਟ ਦਾ ਕੰਮ ਕਰਦਾ ਆ। ਅਗਰ ਏਅਰ ਦੇ ਵਿੱਚ ਵਾਟਰ ਮੋਲੀਕਿਊਲਸ ਪ੍ਰੈਜੈਂਟ ਆ, ਦੈਨ ਜੋ ਸਿਲਿਕਾ ਜੈਲ ਦਾ ਕੰਮ ਹੈ ਉਹ ਸਾਰੇ ਵਾਟਰ ਮੋਲੀਕਿਊਲਸ ਨੂੰ ਆਪਣੇ ਸਰਫੇਸ 'ਤੇ ਐਡਜ਼ੋਰਬ ਕਰਨ ਦੀ ਟੈਂਡੈਂਸੀ ਰੱਖਦਾ ਹੈ। ਠੀਕ ਹੈ। ਮਤਲਬ ਜਿਹੜੀ ਬਾਅਦ 'ਚ ਏਅਰ ਮਿਲਦੀ ਹੈ ਸਾਨੂੰ, ਬਾਅਦ 'ਚ ਜਿਹੜਾ ਅਗਰ ਵਾਟਰ ਮੋਲੀਕਿਊਲਸ ਐਡਜ਼ੋਰਬ ਹੋ ਜਾਂਦੇ ਆ ਸਿਲਿਕਾ ਜੈਲ ਦੇ ਸਰਫੇਸ 'ਤੇ, ਤਾਂ ਬਾਅਦ ਜਿਹੜੀ ਏਅਰ ਹੁੰਦੀ ਆ ਉਹ ਡਰਾਈ ਹੁੰਦੀ ਹੈ, ਮੀਨਸ ਉਹਦੇ 'ਚ ਵਾਟਰ ਮੋਲੀਕਿਊਲਸ ਨਹੀਂ ਰਹਿੰਦੇ। ਠੀਕ ਹੈ। ਇਨ ਦਾ ਪ੍ਰੈਜ਼ੈਂਸ ਆਫ ਸਿਲਿਕਾ ਜੈਲ। ਅੱਗੇ ਡਿਫਰੈਂਸ ਬਿਟਵੀਨ ਐਡਜ਼ੋਰਪਸ਼ਨ ਐਂਡ ਅਬਜ਼ੋਰਪਸ਼ਨ। ਦੇਖੋ ਜਿਹੜਾ ਐਡਜ਼ੋਰਪਸ਼ਨ ਹੈ ਆਪਾਂ ਪੜ੍ਹ ਚੁੱਕੇ ਹਾਂ ਡਿਟੇਲ 'ਚ, ਹੈ ਨਾ, ਵੀ ਸਰਫੇਸ 'ਤੇ ਹੁੰਦੀ ਹੈ ਸਾਰੀ ਪ੍ਰੋਸੈਸ, ਸਾਰੇ ਫਿਨੋਮੀਨਨ ਜਿਹੜੀ ਪ੍ਰੋਸੈਸ ਆ ਉਹ ਸਰਫੇਸ 'ਤੇ ਹੁੰਦੀ ਹੈ। ਕਲੀਅਰ ਆ। ਬਟ ਅਬਜ਼ੋਰਪਸ਼ਨ ਕੀ ਆ, ਉਹ ਬਲਕ ਵਿੱਚ ਵੀ ਹੁੰਦੀ ਹੈ, ਸਰਫੇਸ 'ਤੇ ਨਹੀਂ, ਬਲਕ ਵਿੱਚ ਹੀ ਹੁੰਦੀ ਹੈ। ਠੀਕ ਹੈ। ਸੋ ਉਹਨੂੰ ਆਪਾਂ ਅਬਜ਼ੋਰਪਸ਼ਨ ਕਹਿੰਦੇ ਹਾਂ। ਡਾਇਗਰਾਮ ਦੇ ਅੰਦਰ ਆਪਾਂ ਦੇਖ ਸਕਦੇ ਹਾਂ ਪ੍ਰੋਪਰ। ਜਿਸ ਕੇਸ ਦੇ ਵਿੱਚ ਐਡਜ਼ੋਰਪਸ਼ਨ ਵੀ ਹੁੰਦੀ ਆ ਅਤੇ ਅਬਜ਼ੋਰਪਸ਼ਨ ਵੀ ਹੁੰਦੀ ਹੈ, ਮੀਨਸ ਦੋਨੋਂ ਚੀਜ਼ਾਂ ਹੁੰਦੀਆਂ ਆ, ਉਹਨੂੰ ਆਪਾਂ ਸੋਰਪਸ਼ਨ ਕਹਿੰਦੇ ਹਾਂ। SORPTION, ਸੋਰਪਸ਼ਨ। ਜਿਹੜੀ ਐਡਜ਼ੋਰਪਸ਼ਨ ਆ
ਉਹ ਜਿਹੜੀ ਆ ਪਹਿਲਾਂ ਸਟਾਰਟਿੰਗ ਦੇ ਵਿੱਚ ਫਾਸਟ ਹੁੰਦੀ ਆ, ਜਦੋਂ ਸਾਰੇ ਮੋਲੀਕਿਊਲਸ ਸਰਫੇਸ ਦੇ ਉੱਪਰ ਆ ਜਾਂਦੇ ਆ ਉਸ ਤੋਂ ਬਾਅਦ ਇਹਦੀ ਜਿਹੜੀ ਪ੍ਰੋਸੈਸ ਹੈ ਸਲੋ ਹੋ ਜਾਂਦੀ ਆ, ਠੀਕ ਹੈ, ਇਹਦਾ ਰੇਟ ਘੱਟ ਜਾਂਦਾ ਹੈ। ਬਟ ਜਿਹੜੀ ਅਬਜ਼ੋਰਪਸ਼ਨ ਆ ਇਹ ਯੂਨੀਫਾਰਮ ਰੇਟ ਨਾਲ ਚੱਲਦੀ ਹੈ, ਇਹ ਘੱਟਦੀ ਵੱਧਦੀ ਨਹੀਂ ਹੈ, ਇਹ ਜਿਹੜੇ ਰੇਟ ਨਾਲ ਕੌਂਸਟੈਂਟਲੀ ਜਿਹੜੀ ਆ ਚੱਲਦੀ ਰਹਿੰਦੀ ਹੈ, ਠੀਕ ਹੈ, ਕਿਉਂਕਿ ਇਹ ਬਲਕ ਨਾਲ ਡੀਲ ਕਰਦੀ ਆ ਸਰਫੇਸ ਨਾਲ ਨਹੀਂ। ਅੱਗੇ ਹੈ ਸਾਡੇ ਕੋਲ ਪੋਜ਼ੀਟਿਵ ਐਂਡ ਨੈਗੇਟਿਵ ਐਡਜ਼ੋਰਪਸ਼ਨ। ਪੋਜ਼ੀਟਿਵ ਐਡਜ਼ੋਰਪਸ਼ਨ ਕੀ ਆ ਕਿ ਜਿਹੜੇ ਐਡਜ਼ੋਰਬੈਂਟ ਦੇ ਮੋਲੀਕਿਊਲਸ ਮੀਨਸ ਗੈਸ ਮੋਲੀਕਿਊਲ ਸਰਫੇਸ 'ਤੇ ਜ਼ਿਆਦਾ ਹੋਵੇ ਐਡਜ਼ੋਰਬੈਂਟ ਦੇ ਅਤੇ ਬਲਕ ਵਿੱਚ ਘੱਟ ਹੋਵੇ। ਜਿਵੇਂ ਆਪਾਂ ਡਾਇਗਰਾਮ ਦੇਖ ਸਕਦੇ ਹਾਂ, ਇੱਕ ਅੱਧਾ ਚਲਾ ਗਿਆ ਬਲਕ ਦੇ ਵਿੱਚ, ਬਟ ਜਿਹੜੇ ਜ਼ਿਆਦਾਤਰ ਜਿਹੜੇ ਮੋਲੀਕਿਊਲਸ ਆ ਗੈਸ ਦੇ ਉਹ ਕਿੱਥੇ ਹੈ, ਸਰਫੇਸ ਦੇ ਉੱਪਰ ਹੈ। ਇਹਨੂੰ ਆਪਾਂ ਕੀ ਕਹਿੰਦੇ ਆ, ਪੋਜ਼ੀਟਿਵ ਐਡਜ਼ੋਰਪਸ਼ਨ। ਅੱਗੇ ਹੈ ਸਾਡੇ ਕੋਲ ਨੈਗੇਟਿਵ ਐਡਜ਼ੋਰਪਸ਼ਨ। ਇਹਦੇ ਅੰਦਰ ਐਡਜ਼ੋਰਬੈਂਟ ਦੇ ਸਰਫੇਸ 'ਤੇ ਘੱਟ ਹੁੰਦੀ ਹੈ ਐਡਜ਼ੋਰਬੈਂਟ ਦੀ ਕੰਸਨਟ੍ਰੇਸ਼ਨ, ਪਰ ਬਲਕ ਵਿੱਚ ਜ਼ਿਆਦਾ ਹੁੰਦੀ ਹੈ। ਐਗਜ਼ਾਮਪਲ ਅਗਰ ਆਪਾਂ KCl ਡੈਟ ਇਜ਼ ਪੋਟਾਸ਼ੀਅਮ ਕਲੋਰਾਈਡ ਦਾ ਕੰਸਨਟ੍ਰੇਟਿਡ ਸੋਲਿਊਸ਼ਨ ਲਈਏ ਅਤੇ ਉਹਦੇ 'ਚ ਆਪਾਂ ਬਲੱਡ ਚਾਰਕੋਲ ਪਾ ਕੇ ਸ਼ੇਕ ਕਰੀਏ ਤਾਂ ਪੋਜ਼ੀਟਿਵ ਮਿਲੂਗੀ, ਪੋਜ਼ੀਟਿਵ ਐਡਜ਼ੋਰਪਸ਼ਨ ਮਿਲੂਗੀ। ਬਟ ਅਗਰ ਪੋਟਾਸ਼ੀਅਮ ਕਲੋਰਾਈਡ ਕੰਸਨਟ੍ਰੇਟਿਡ ਨਾ ਹੋਵੇ ਮੀਨਸ ਉਹਦੇ 'ਚ ਬਹੁਤ ਸਾਰਾ ਪਾਣੀ ਪਾਇਆ ਹੋਵੇ ਮੀਨਸ ਡਿਲਿਊਟ KCl ਸੋਲਿਊਸ਼ਨ ਹੋਵੇ ਤਾਂ ਸਾਨੂੰ ਨੈਗੇਟਿਵ ਐਡਜ਼ੋਰਪਸ਼ਨ ਮਿਲੇਗੀ। ਨੈਕਸਟ ਹੈ ਸਾਡੇ ਕੋਲ ਟਾਈਪਸ ਆਫ ਐਡਜ਼ੋਰਪਸ਼ਨ। ਫਸਟ ਹੈ ਫਿਜ਼ੀਕਲ ਐਡਜ਼ੋਰਪਸ਼ਨ, ਸੈਕਿੰਡ ਹੈ ਕੈਮੀਕਲ ਐਡਜ਼ੋਰਪਸ਼ਨ। ਫਿਜ਼ੀਕਲ ਐਡਜ਼ੋਰਪਸ਼ਨ ਹੁੰਦੀ ਹੈ ਕਿ ਜਿਹੜੇ ਐਡਜ਼ੋਰਬੈਂਟ ਦੇ ਉੱਪਰ ਐਡਜ਼ੋਰਬੈਂਟ ਦੇ ਮੋਲੀਕਿਊਲਸ ਹੈ ਉਹ ਬਾਈਂਡ ਹੁੰਦੇ ਆ ਬਾਏ ਵੀਕ ਵੰਡਰਵਾਲ ਫੋਰਸਿਸ। ਮਤਲਬ ਜਿਹੜੇ ਗੈਸ ਦੇ ਮੋਲੀਕਿਊਲਸ ਕਿਸੇ ਸੋਲਿਡ ਜਾਂ ਲਿਕੁਇਡ ਸਰਫੇਸ ਨਾਲ ਅਟੈਚ ਹੁੰਦੇ ਆ ਉਹ ਵੀਕ ਫੋਰਸਿਸ ਨਾਲ ਹੁੰਦੇ ਆ, ਮਤਲਬ ਕੋਈ ਬੌਂਡ ਨਹੀਂ ਹੁੰਦਾ, ਸਟਰੋਂਗ ਬੌਂਡ ਨਹੀਂ ਬਣਿਆ ਹੁੰਦਾ, ਵੀਕ ਬੌਂਡ ਹੁੰਦਾ ਹੈ ਜਿਹਨੂੰ ਆਪਾਂ ਕੋਈ ਬੌਂਡ ਨਹੀਂ ਹੈ, ਉਹ ਫੋਰਸ ਹੁੰਦੀ ਹੈ। ਤੁਸੀਂ ਪੜ੍ਹੀ ਹੋਣੀ ਹੈ +1 ਦੇ ਅੰਦਰ, ਉਹਦਾ ਨਾਮ ਹੈ ਵੀਕ ਫੋਰਸ ਦਾ ਨਾਮ ਵੌਂਡਰਵਾਲ ਫੋਰਸਿਸ। ਇਸ ਵੀਕ ਵੌਂਡਰਵਾਲ ਫੋਰਸ ਦੇ ਨਾਲ ਜਿਹੜੇ ਗੈਸ ਦੇ ਮੋਲੀਕਿਊਲਸ ਆ ਜਿਹਨੂੰ ਆਪਾਂ ਐਡਜ਼ੋਰਬੈਂਟ ਕਹਿੰਦੇ ਆ ਉਹ ਸਰਫੇਸ 'ਤੇ ਜੁੜੇ ਹੁੰਦੇ ਆ, ਠੀਕ ਹੈ। ਇਸ ਪ੍ਰੋਸੈਸ ਨੂੰ ਫਿਜ਼ੀਸੋਰਪਸ਼ਨ ਵੀ ਕਿਹਾ ਜਾਂਦਾ। ਸੈਕਿੰਡ ਹੈ ਕੈਮੀਕਲ ਐਡਜ਼ੋਰਪਸ਼ਨ। ਇਹਦੇ ਅੰਦਰ ਕੀ ਹੁੰਦਾ ਹੈ, ਜਿਹੜੇ ਗੈਸ ਦੇ ਮੋਲੀਕਿਊਲਸ ਆ ਐਡਜ਼ੋਰਬੈਂਟ ਦੇ ਮੋਲੀਕਿਊਲਸ ਆ ਉਹ ਐਡਜ਼ੋਰਬੈਂਟ ਦੇ ਸਰਫੇਸ ਨਾਲ ਕੈਮੀਕਲ ਬੌਂਡ ਬਣਾਉਂਦੇ ਆ, ਮੀਨਸ ਸਟਰੋਂਗ ਬੌਂਡ ਬਣਦਾ ਆ ਐਡਜ਼ੋਰਬੈਂਟ ਐਂਡ ਐਡਜ਼ੋਰਬੈਂਟ ਦਾ। ਇਹਨੂੰ ਆਪਾਂ ਕੈਮੀਕਲ ਐਡਜ਼ੋਰਪਸ਼ਨ ਕਹਿੰਦੇ ਆ। ਇਹਦਾ ਦੂਸਰਾ ਨਾਮ ਹੈ ਕੈਮੀਸੋਰਪਸ਼ਨ। ਅੱਗੇ ਸਾਡੇ ਕੋਲ ਕਰੈਕਟਰਿਸਟਿਕਸ ਆਫ ਫਿਜ਼ੀਕਲ ਐਡਜ਼ੋਰਪਸ਼ਨ। ਇਹਦੇ 'ਚ ਪਹਿਲਾ ਪੁਆਇੰਟ ਹੈ ਲੋ ਇੰਥੈਲਪੀ ਆਫ ਐਡਜ਼ੋਰਪਸ਼ਨ। ਮੀਨਸ ਜਦੋਂ ਐਡਜ਼ੋਰਬੈਂਟ ਦੇ ਮੋਲੀਕਿਊਲਸ ਐਡਜ਼ੋਰਬੈਂਟ ਦੇ ਸਰਫੇਸ 'ਤੇ ਆਉਂਦੇ ਆ, ਮਤਲਬ ਇੱਕ ਵੀਕ ਅਟਰੈਕਸ਼ਨ ਹੁੰਦੀ ਆ ਜਿਹਨੂੰ ਆਪਾਂ ਵੰਡਰਵਾਲ ਫੋਰਸ ਬੋਲਦੇ ਹਾਂ, ਤਾਂ ਜਿਹੜੀ ਐਨਰਜੀ ਰਿਲੀਜ਼ ਹੁੰਦੀ ਆ ਉਹਨੂੰ ਆਪਾਂ ਇੰਥੈਲਪੀ ਆਫ ਐਡਜ਼ੋਰਪਸ਼ਨ ਬੋਲਦੇ ਹਾਂ। ਉਹ ਐਨਰਜੀ ਜਿਹੜੀ ਰਿਲੀਜ਼ ਹੁੰਦੀ ਬਹੁਤ ਘੱਟ ਹੁੰਦੀ ਹੈ, 20 to 40 ਕਿਲੋ ਜਾਊਲਸ ਪਰ ਮੋਲ, ਮਤਲਬ 20 ਤੋਂ 40 ਕਿਲੋ ਜੂਲ ਪਰ ਮੋਲ ਦੇ ਹਿਸਾਬ ਨਾਲ ਐਨਰਜੀ ਜਿਹੜੀ ਆ ਰਿਲੀਜ਼ ਹੁੰਦੀ ਹੈ, ਮਤਲਬ ਬਹੁਤ ਥੋੜ੍ਹੀ ਹੈ ਇਹ, ਠੀਕ ਹੈ। ਸੋ ਇਸ ਕਰਕੇ ਆਪਾਂ ਫਸਟ ਪੁਆਇੰਟ ਕਹਿੰਦੇ ਹਾਂ ਲੋ ਇੰਥੈਲਪੀ ਆਫ ਐਡਜ਼ੋਰਪਸ਼ਨ ਆ ਕਿ ਇਹਦੇ ਵਿੱਚ ਫਿਜ਼ੀਕਲ ਐਡਜ਼ੋਰਪਸ਼ਨ, ਠੀਕ ਹੈ। ਬਟ ਨਾਲ ਦੀ ਨਾਲ ਆਪਾਂ ਕੈਮੀਕਲ ਐਡਜ਼ੋਰਪਸ਼ਨ ਦੀ ਵੀ ਗੱਲ ਕਰੀਏ, ਉਹਦੇ 'ਚ ਇਹ ਜਿਹੜੀ ਐਨਰਜੀ ਆ 80 ਤੋਂ 240 ਕਿਲੋ ਜਾਊਲਸ ਪਰ ਮੋਲ ਨਿਕਲੂਗੀ, ਠੀਕ ਹੈ। ਮਤਲਬ ਜਦੋਂ ਬੌਂਡ ਬਣਦਾ ਹੈ ਐਡਜ਼ੋਰਬੈਂਟ ਅਤੇ ਐਡਜ਼ੋਰਬੈਂਟ ਦਾ ਕੈਮੀਕਲ ਬੌਂਡ ਬਣਦਾ ਆ ਤਾਂ ਜ਼ਿਆਦਾ ਐਨਰਜੀ ਰਿਲੀਜ਼ ਹੁੰਦੀ ਆ ਜਿਹਨੂੰ ਆਪਾਂ ਇੰਥੈਲਪੀ ਆਫ ਐਡਜ਼ੋਰਪਸ਼ਨ ਬੋਲਦੇ ਹਾਂ। ਉਹ ਵੈਲਿਊ 80 ਤੋਂ 240 ਕਿਲੋ ਜਾਊਲਸ ਹੁੰਦੀ ਆ ਪਰ ਮੋਲ ਦੇ ਹਿਸਾਬ ਨਾਲ, ਮਤਲਬ ਇੱਕ ਮੋਲ ਦੇ ਪਿੱਛੇ 80 ਤੋਂ 240 ਕਿਲੋ ਜੂਲ ਐਨਰਜੀ ਜਿਹੜੀ ਆ ਉਹ ਰਿਲੀਜ਼ ਹੋਣੀ ਹੈ ਸਿਸਟਮ 'ਚ ਜਦੋਂ ਐਡਜ਼ੋਰਪਸ਼ਨ ਹੋਣੀ ਆ ਉਦੋਂ। ਸੋ ਫਸਟ ਪੁਆਇੰਟ ਸਮਝ ਆਇਆ, ਚਾਹੇ ਫਿਜ਼ੀਕਲ ਐਡਜ਼ੋਰਪਸ਼ਨ ਆ ਚਾਹੇ ਕੈਮੀਕਲ ਐਡਜ਼ੋਰਪਸ਼ਨ ਆ, ਮੀਨਸ ਜਦੋਂ ਵੀ ਐਡਜ਼ੋਰਪਸ਼ਨ ਹੋਣੀ ਆ ਗੈਸ ਮੋਲੀਕਿਊਲ ਨੇ ਸਰਫੇਸ 'ਤੇ ਆਉਣਾ ਹੈ ਐਡਜ਼ੋਰਬੈਂਟ ਦੇ 'ਤੇ ਤਾਂ ਉਦੋਂ ਐਨਰਜੀ ਰਿਲੀਜ਼ ਹੋਣੀ ਆ। ਉਹ ਐਨਰਜੀ ਰਿਲੀਜ਼ ਨੂੰ ਆਪਾਂ ਇੰਥੈਲਪੀ ਆਫ ਐਡਜ਼ੋਰਪਸ਼ਨ ਕਹਿੰਦੇ ਹਾਂ, ਠੀਕ ਆ। ਫਿਜ਼ੀਕਲ ਦੇ ਵਿੱਚ ਵੀਕ ਬੌਂਡ ਬਣਦੇ ਆ, ਵੀਕ ਫੋਰਸਿਸ ਹੁੰਦੀਆਂ ਆ, ਇਸ ਕਰਕੇ ਐਨਰਜੀ ਘੱਟ ਰਿਲੀਜ਼ ਹੁੰਦੀ ਆ 20 ਤੋਂ 40 ਤੱਕ, ਠੀਕ ਹੈ। ਬਟ ਕੈਮੀਕਲ ਦੇ ਵਿੱਚ ਕੀ ਹੁੰਦਾ ਆ, ਸਟਰੋਂਗ ਬੌਂਡਸ ਬਣਦੇ ਆ, ਸਟਰੋਂਗ ਕੈਮੀਕਲ ਬੌਂਡਸ ਬਣਦੇ ਆ, ਸੋ ਐਨਰਜੀ ਜ਼ਿਆਦਾ ਰਿਲੀਜ਼ ਹੋਊਗੀ ਸਿਸਟਮ 'ਚੋਂ ਜਦੋਂ ਐਡਜ਼ੋਰਪਸ਼ਨ ਹੋਣੀ ਆ। ਇਸ ਕਰਕੇ ਜਿਹੜੀ ਐਨਰਜੀ ਦੀ ਵੈਲਿਊ ਆ ਉਹ ਵੀ ਜ਼ਿਆਦਾ ਹੋਏਗੀ, ਉਹ 80 ਤੋਂ 240 ਕਿਲੋ ਜਾਊਲਸ ਹੁੰਦੀ ਆ ਪਰ ਮੋਲ ਦੇ ਵਿੱਚ। ਦੂਸਰਾ ਪੁਆਇੰਟ ਹੈ ਰਿਵਰਸੀਬਲ ਨੇਚਰ। ਫਿਜ਼ੀਕਲ ਐਡਜ਼ੋਰਪਸ਼ਨ ਦੇ ਅੰਦਰ ਦੂਸਰਾ ਪੁਆਇੰਟ ਕੀ ਆ, ਰਿਵਰਸੀਬਲ ਨੇਚਰ। ਮੀਨਸ ਅਗਰ ਆਪਾਂ ਐਡਜ਼ੋਰਬੈਂਟ ਸੋਲਿਡ ਲੈ ਆਇਆ, ਐਡਜ਼ੋਰਬੈਂਟ ਗੈਸ ਦੇ ਮੋਲੀਕਿਊਲਸ ਆ,
ਤਾਂ ਜਦੋਂ ਗੈਸ ਨੇ ਸੋਲਿਡ ਦੇ ਸਰਫੇਸ 'ਤੇ ਆਉਣਾ ਆ, ਠੀਕ ਹੈ, ਮਤਲਬ ਵੀਕ ਵੰਡਰਵਾਲ ਫੋਰਸਿਸ ਨਾਲ ਜੁੜ ਜਾਣਗੇ ਗੈਸ ਦੇ ਮੋਲੀਕਿਊਲ ਸਰਫੇਸ ਦੇ ਉੱਪਰ। ਤਾਂ ਜਿਹੜੀ ਰਿਵਰਸੀਬਲ ਦਾ ਮਤਲਬ ਕੀ ਹੈ ਕਿ ਗੈਸ ਦੇ ਮੋਲੀਕਿਊਲਸ ਵੀਕ ਫੋਰਸਿਸ ਨਾਲ ਐਡਜ਼ੋਰਬੈਂਟ 'ਤੇ ਵੀ ਆ ਜਾਣਗੇ ਅਤੇ ਬੈਕ ਵੀ ਚਲੇ ਜਾਓਗੇ, ਮਤਲਬ ਗੈਸ ਜਿਹੜੀ ਹੈ ਦੂਰ ਵੀ ਚਲੀ ਜਾਊਗੀ ਐਡਜ਼ੋਰਬੈਂਟ, ਠੀਕ ਹੈ। ਇਹਨੂੰ ਬੋਲਦੇ ਆ ਰਿਵਰਸੀਬਲ ਨੇਚਰ। ਮੀਨਸ ਐਡਜ਼ੋਰਪਸ਼ਨ ਵੀ ਹੋ ਸਕਦੀ ਆ ਅਤੇ ਡੀਸੋਰਪਸ਼ਨ ਵੀ ਹੋ ਸਕਦੀ ਆ, ਉਹ ਡਿਪੈਂਡ ਕਰਦਾ ਕੰਡੀਸ਼ਨਸ ਕੀ ਹੈ। ਕੰਡੀਸ਼ਨ ਸਾਡੇ ਕੋਲ ਥਰਡ ਸਟੈਪ ਦੇ ਅੰਦਰ ਆ ਇਫੈਕਟ ਆਫ ਟੈਂਪਰੇਚਰ ਐਂਡ ਪ੍ਰੈਸ਼ਰ। ਮੀਨਸ ਅਗਰ ਆਪਾਂ ਟੈਂਪਰੇਚਰ ਇਨਕਰੀਜ਼ ਕਰ ਦਈਏ, ਮਤਲਬ ਹੀਟ ਦੇ ਦਈਏ ਸਿਸਟਮ ਨੂੰ, ਤਾਂ ਸੋਲਿਡ 'ਤੇ ਜਿਹੜੇ ਗੈਸ ਮੋਲੀਕਿਊਲਸ ਉੱਪਰ ਬੈਠੇ ਹੋਏ ਆ ਉਹ ਰਿਮੂਵ ਹੋ ਜਾਣਗੇ, ਉਹ ਦੂਰ ਚਲੇ ਜਾਣਗੇ ਉਸ ਸਰਫੇਸ ਤੋਂ, ਠੀਕ ਹੈ। ਬਟ ਅਗਰ ਪ੍ਰੈਸ਼ਰ ਲਗਾ ਦਈਏ ਜ਼ਿਆਦਾ, ਟੈਂਪਰੇਚਰ ਘੱਟ ਹੋਵੇ ਅਤੇ ਪ੍ਰੈਸ਼ਰ ਜ਼ਿਆਦਾ ਹੋਵੇ, ਤਾਂ ਕੀ ਹੋਊਗਾ, ਜਿਹੜੇ ਗੈਸ ਦੇ ਮੋਲੀਕਿਊਲਸ ਦੂਰ ਗਏ ਹੋਏ ਸੀਗੇ ਉਹ ਸਰਫੇਸ ਦੇ ਕੋਲ ਆ ਕੇ ਅਟੈਚ ਹੋ ਚੁੱਕੇ, ਕਲੀਅਰ ਆ। ਅੱਗੇ ਫੋਰਥ ਹੈ ਸਾਡੇ ਕੋਲ ਲੈਕ ਆਫ ਸਪੈਸੀਫਿਸਿਟੀ ਆਫ ਐਡਜ਼ੋਰਬੈਂਟ। ਦੇਖੋ ਫਿਜ਼ੀਕਲ ਐਡਜ਼ੋਰਪਸ਼ਨ ਦੇ ਅੰਦਰ ਜਿਹੜਾ ਮਰਜ਼ੀ ਐਡਜ਼ੋਰਬੈਂਟ ਹੋਵੇ ਉਹ ਕਿਸੇ ਵੀ ਗੈਸ ਨੂੰ ਜਿਹੜਾ ਹੈ ਐਡਜ਼ੋਰਬ ਕਰਵਾ ਲੂਗਾ ਆਪਣੇ ਸਰਫੇਸ 'ਤੇ। ਇਹ ਨਹੀਂ ਵੀ ਕੋਈ ਸਪੈਸ਼ਲ ਸਾਨੂੰ ਐਡਜ਼ੋਰਬੈਂਟ ਚਾਹੀਦਾ ਉਹੀ ਕਿਸੇ ਪਰਟੀਕੂਲਰ ਗੈਸ ਨੂੰ ਆਪਣੇ ਸਰਫੇਸ 'ਤੇ ਐਡਜ਼ੋਰਬ ਹੋਣ ਦਊਗਾ, ਇੱਦਾਂ ਨਹੀਂ ਆ। ਜਿਹੜਾ ਮਰਜ਼ੀ ਐਡਜ਼ੋਰਬੈਂਟ ਹੋਵੇ ਉਹ ਜਿਹੜਾ ਆ ਆਪਣੇ ਸਰਫੇਸ 'ਤੇ ਗੈਸ ਨੂੰ ਐਡਜ਼ੋਰਬ ਹੋਣ ਦਊਗਾ। ਕਿਹੜੇ ਕੇਸ ਦੇ ਵਿੱਚ, ਫਿਜ਼ੀਕਲ ਐਡਜ਼ੋਰਪਸ਼ਨ 'ਚ, ਕਲੀਅਰ ਆ। ਸੋ ਇੱਥੇ ਸਪੈਸੀਫਿਸਿਟੀ ਨਹੀਂ ਚਾਹੀਦੀ, ਇੱਥੇ ਲੈਕ ਆਫ ਸਪੈਸੀਫਿਸਿਟੀ ਹੈ, ਠੀਕ ਹੈ। ਅੱਗੇ ਨੈਕਸਟ ਹੈ ਨੇਚਰ ਆਫ ਐਡਜ਼ੋਰਬੈਂਟ। ਇੱਥੇ ਹੁਣ ਐਡਜ਼ੋਰਬੈਂਟ ਦੀ ਗੱਲ ਕਰਦੇ ਹਾਂ, ਜਿਹੜੇ ਗੈਸ ਮੋਲੀਕਿਊਲਸ ਹੁੰਦੇ ਆ ਸਰਫੇਸ 'ਤੇ ਐਡਜ਼ੋਰਬ ਹੁੰਦੇ ਉਹਦੇ ਨੇਚਰ ਦੀ ਗੱਲ ਕਰਦੇ ਹਾਂ। ਹੁਣ ਉਹ ਵਾਲੀ ਗੈਸ ਜਿਹੜੀ ਆ ਈਜ਼ੀਲੀ ਬਹੁਤ ਜਲਦੀ ਐਡਜ਼ੋਰਬ ਹੋਊਗੀ ਐਡਜ਼ੋਰਬੈਂਟ ਦੇ ਸਰਫੇਸ 'ਤੇ, ਜਿਹੜੀ ਗੈਸ ਈਜ਼ੀਲੀ ਲਿਕੁਈਫਾਈ ਹੋ ਜਾਏ, ਮਤਲਬ ਈਜ਼ੀਲੀ ਜਿਹੜੀ ਆ ਗੈਸ ਤੋਂ ਲਿਕੁਇਡ ਫਾਰਮ 'ਚ ਆ ਜਾਂਦੀ ਹੈ ਕਿਸੇ ਪਰਟੀਕੂਲਰ ਟੈਂਪਰੇਚਰ 'ਤੇ। ਹੁਣ ਜਿਹਨੂੰ ਆਪਾਂ ਕੀ ਬੋਲਦੇ ਹਾਂ, ਕ੍ਰਿਟੀਕਲ ਟੈਂਪਰੇਚਰ ਵੀ ਬੋਲਦੇ ਹਾਂ, ਤੁਸੀਂ ਪੜ੍ਹਿਆ ਹੋਇਆ +1 ਦੇ ਅੰਦਰ ਕ੍ਰਿਟੀਕਲ ਟੈਂਪਰੇਚਰ, ਠੀਕ ਹੈ। ਸੋ ਉਹ ਵਾਲੀ ਗੈਸ ਜਿਹਦਾ ਕ੍ਰਿਟੀਕਲ ਟੈਂਪਰੇਚਰ ਕੀ ਹੈ, ਹਾਈ ਹੈ, ਉਹ ਬਹੁਤ ਛੇਤੀ ਹੀ ਐਡਜ਼ੋਰਬ ਹੋ ਜੂਗੀ ਐਡਜ਼ੋਰਬੈਂਟ ਦੇ ਸਰਫੇਸ ਦੇ ਉੱਤੇ। ਸੋ ਜਿਸ ਗੈਸ ਦਾ ਕ੍ਰਿਟੀਕਲ ਟੈਂਪਰੇਚਰ ਜ਼ਿਆਦਾ ਆ ਉਹ ਛੇਤੀ ਲਿਕੁਈਫਾਈ ਹੋ ਜੂਗੀ, ਠੀਕ ਹੈ। ਜਿਹੜੀ ਗੈਸ ਛੇਤੀ ਲਿਕੁਈਫਾਈ ਹੁੰਦੀ ਹੈ ਉਹ ਛੇਤੀ ਐਡਜ਼ੋਰਬ ਹੋ ਜੂਗੀ ਕਿਸੇ ਲਿਕੁਇਡ ਜਿਹੜਾ ਐਡਜ਼ੋਰਬੈਂਟ ਹੈ ਉਹਦੇ ਸਰਫੇਸ 'ਤੇ, ਕਲੀਅਰ ਆ। ਅੱਗੇ ਸਾਡੇ ਕੋਲ ਮਲਟੀ ਮੋਲੀਕਿਊਲਰ ਲੇਅਰਸ ਆਫ ਐਡਜ਼ੋਰਪਸ਼ਨ। ਦੇਖੋ ਫਿਜ਼ੀਕਲ ਐਡਜ਼ੋਰਪਸ਼ਨ ਇੱਕ ਕੀ ਹੈ, ਵੀਕ ਵੰਡਰਵਾਲ ਅਟਰੈਕਸ਼ਨ ਨਾਲ ਹੁੰਦੀ ਹੈ, ਹੈ ਨਾ। ਸੋ ਇਸ ਕਰਕੇ ਇਹਦੇ ਵਿੱਚ ਕੀ ਆ, ਇੱਕ ਲੇਅਰ ਦੇ ਉੱਪਰ ਦੂਜੀ ਲੇਅਰ, ਦੂਜੀ ਲੇਅਰ ਦੇ ਉੱਪਰ ਤੀਜੀ ਲੇਅਰ, ਇੱਦਾਂ ਜਿਹੜੇ ਗੈਸ ਮੋਲੀਕਿਊਲਸ ਐਡਜ਼ੋਰਬ ਕਰਦੇ ਰਹਿੰਦੇ ਆ। ਬੀ ਡਾਇਗਰਾਮ ਦੇ ਅੰਦਰ ਤੁਸੀਂ ਦੇਖ ਸਕਦੇ ਆ ਕਿ ਦੇਖੋ ਪਹਿਲੀ ਲੇਅਰ ਹੈ, ਉਹਦੇ ਉੱਪਰ ਦੂਜੀ ਲੇਅਰ ਵੀ ਹੈਗੀ ਹੈ, ਉਹ ਤੋਂ ਤੀਜੀ ਲੇਅਰ ਵੀ ਸਟਾਰਟ ਹੁੰਦੀ ਹੈ। ਇੱਦਾਂ ਇਹਨੂੰ ਆਪਾਂ ਕਹਿੰਦੇ ਹਾਂ ਕਿ ਮਲਟੀ ਲੇਅਰਸ ਬਣ ਜਾਂਦੀਆਂ, ਮਲਟੀ ਮੋਲੀਕੂਲਰ ਲੇਅਰਸ ਹੁੰਦੀਆਂ ਐਡਜ਼ੋਰਪਸ਼ਨ ਦੀਆਂ ਫਿਜ਼ੀਕਲ ਦੇ ਵਿੱਚ ਸਿਰਫ। ਨਾਲ ਦੀ ਨਾਲ ਮੈਂ ਕੈਮੀਕਲ ਐਡਜ਼ੋਰਪਸ਼ਨ ਦਾ ਵੀ ਦੱਸਾਂ। ਜਿਹੜੀ ਇਹ ਡਾਇਗਰਾਮ ਆ ਉਹ ਕੈਮੀਕਲ ਐਡਜ਼ੋਰਪਸ਼ਨ ਦੀ ਹੈ। ਮੀਨਸ ਜਦੋਂ ਬੌਂਡਸ ਬਣ ਜਾਂਦੇ ਆ ਤਾਂ ਉਹ ਤੋਂ ਬੌਂਡਸ ਜਿਹੜੇ ਕਿਹਨਾਂ ਬਣਦੇ ਆ, ਐਡਜ਼ੋਰਬੈਂਟ ਦੇ ਬੌਂਡਸ ਐਡਜ਼ੋਰਬੈਂਟ ਦੇ ਨਾਲ ਬਣਦੇ ਆ। ਮਤਲਬ ਜਦੋਂ ਬੌਂਡ ਬਣ ਕੇ ਬ੍ਰੇਕ ਨਹੀਂ ਹੋ ਸਕਦੇ ਹੈਗੇ, ਜਿਹੜੀ ਦੂਜੀ ਲੇਅਰ ਆਊਗੀ ਉਹਨੂੰ ਤਾਂ ਸਰਫੇਸ ਹੀ ਨਹੀਂ ਮਿਲਣਾ ਐਡਜ਼ੋਰਬੈਂਟ ਦਾ ਬੌਂਡ ਬਣਾਉਣ ਦੇ ਲਈ ਐਡਜ਼ੋਰਬੈਂਟ ਨਾਲ। ਸੋ ਇਸ ਕਰਕੇ ਕੈਮੀਕਲ ਬੌਂਡ ਨਹੀਂ ਬਣ ਸਕਦਾ ਐਡਜ਼ੋਰਬੈਂਟ ਨਾਲ। ਸੋ ਇਸ ਕਰਕੇ ਦੂਜੀ ਲੇਅਰ ਨਹੀਂ ਬਣ ਪਾਉਂਦੀ ਹੈਗੀ ਕੈਮੀਕਲ ਐਡਜ਼ੋਰਪਸ਼ਨ ਦੇ ਵਿੱਚ। ਸੋ ਕੈਮੀਕਲ ਐਡਜ਼ੋਰਪਸ਼ਨ ਮੋਨੋ ਲੇਅਰ ਹੁੰਦੀ ਹੈ। ਅੱਗੇ ਨੈਕਸਟ ਹੈ ਸਾਡੇ ਕੋਲ ਸਰਫੇਸ ਏਰੀਆ ਆਫ ਐਡਜ਼ੋਰਬੈਂਟ। ਜਿੰਨਾ ਜ਼ਿਆਦਾ ਐਡਜ਼ੋਰਬੈਂਟ ਦਾ ਸਰਫੇਸ ਏਰੀਆ ਹੋਊਗਾ ਉਨੀ ਜ਼ਿਆਦਾ ਐਡਜ਼ੋਰਪਸ਼ਨ ਹੋਊਗੀ, ਚਾਹੇ ਫਿਜ਼ੀਕਲ ਐਡਜ਼ੋਰਪਸ਼ਨ ਦੀ ਗੱਲ ਕਰੀਏ ਚਾਹੇ ਕੈਮੀਕਲ ਐਡਜ਼ੋਰਪਸ਼ਨ ਦੀ। ਜਿੰਨਾ ਜ਼ਿਆਦਾ ਸਰਫੇਸ ਏਰੀਆ ਉਨੀ ਜ਼ਿਆਦਾ ਐਡਜ਼ੋਰਪਸ਼ਨ, ਠੀਕ ਹੈ। ਮੀਨਸ ਡਾਇਰੈਕਟਲੀ ਪ੍ਰਪੋਰਸ਼ਨਲ ਆ। ਆਓ ਇਹਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਸਾਡੇ ਕੋਲ ਵੱਡਾ ਸਾਰਾ ਬਲੋਕ ਸੀਗਾ ਸੋਲਿਡ ਦਾ, ਜਿਹਨੂੰ ਅਸੀਂ ਐਡਜ਼ੋਰਬੈਂਟ ਕਹਿੰਦੇ ਹਾਂ, ਠੀਕ ਹੈ। ਸੋ ਇਹਦੇ ਉੱਪਰ ਗੈਸ ਦੇ ਮੋਲੀਕਿਊਲਸ ਆਏ, ਮੀਨਸ ਐਡਜ਼ੋਰਬੈਂਟ ਮੋਲੀਕਿਊਲ ਆਏ, ਆ ਕੇ ਐਡਜ਼ੋਰਬ ਹੋ ਗਿਆ, ਐਡਜ਼ੋਰਪਸ਼ਨ ਹੋ ਗਈ, ਠੀਕ ਹੈ। ਅਗਰ ਇਸ ਬਲੋਕ ਨੂੰ, ਇਸ ਐਡਜ਼ੋਰਬੈਂਟ ਨੂੰ ਕੱਟ ਕਰ ਦਈਏ ਦੋ ਪੀਸਿਸ ਦੇ ਵਿੱਚ, ਠੀਕ ਹੈ, ਫਿਰ ਵੀ ਐਡਜ਼ੋਰਪਸ਼ਨ ਹੋਊਗੀ। ਸਰਫੇਸ ਤਾਂ ਹੈਗਾ ਹੀ ਆ, ਫਿਰ ਵੀ ਦੋਨੋਂ ਪੀਸਿਸ ਦਾ ਸਰਫੇਸ ਆ। ਹੁਣ ਅਗਰ ਦੇਖੀਏ ਜਿੱਥੋਂ ਆਪਾਂ ਸੈਂਟਰ 'ਚੋਂ ਕੱਟਿਆ ਸੀਗਾ ਉੱਥੇ ਵੀ ਹੁਣ ਅਲੱਗ-ਅਲੱਗ ਦੋ ਸਰਫੇਸ ਬਣ ਗਏ ਅਲੱਗ ਤੋਂ, ਠੀਕ ਹੈ। ਪਹਿਲਾਂ ਉੱਥੇ ਕੋਈ ਸਰਫੇਸ ਨਹੀਂ ਸੀਗਾ ਜਦੋਂ ਇੱਕੋ ਬਲੋਕ ਸੀਗਾ। ਜਦੋਂ ਆਪਾਂ ਉਹਨੂੰ ਦੋ ਪੀਸਿਸ ਵਿੱਚ ਤੋੜਿਆ, ਜਿੱਥੋਂ ਤੋੜਿਆ ਉੱਥੇ ਵੀ ਸਰਫੇਸ ਬਣ ਗਿਆ, ਮੀਨਸ ਹੁਣ ਉੱਥੇ ਵੀ ਐਡਜ਼ੋਰਪਸ਼ਨ ਹੋਣੀ ਹੈ। ਸੋ ਜਿੱਦਾਂ ਜਿੱਦਾਂ ਸਰਫੇਸ ਏਰੀਆ ਵੱਧਦਾ ਜਾਊਗਾ ਉੱਦਾਂ ਉੱਦਾਂ ਐਡਜ਼ੋਰਪਸ਼ਨ ਵੀ ਵੱਧਦੀ ਜਾਣੀ ਆ। ਇਸੇ ਕਰਕੇ ਆਪਾਂ ਜਿਹੜਾ ਆ ਜ਼ਿਆਦਾਤਰ ਪਾਊਡਰ ਫਾਰਮ 'ਚ ਚਾਰਕੋਲ ਲੈਂਦੇ ਹਾਂ। ਕਿਉਂ?
क्योंकि जिद्दां जिद्दां आपां पीसिस नूं तोड़ी जावांगे सरफेस एरिया वधी जाना, सरफेस एरिया वधी जाऊगा एडसॉर्प्शन वधी जानी। क्लीयर है? सरफेस एरिया किद्दां वधदा है, जिन्ना तोड़ी जावांगे उन्ना सरफेस एरिया वधी जाना है, उन्नी एडसॉर्प्शन वधी जानी है। ओके, सो चाहे फिजिकल एडसॉर्प्शन है चाहे कैमिकल एडसॉर्प्शन है, सरफेस एरिया वधी जाऊगा तो साडी जिहड़ी है एडसॉर्प्शन वधी जानी, चाहे जिहड़ी मर्जी एडसॉर्प्शन। अगे नैक्सट है साढ़े को करैक्टरिस्टिक्स ऑफ कैमिकल एडसॉर्प्शन। ये अंदर फस्ट है इंथैल्पी ऑफ एडसॉर्प्शन। ये पॉइंट आप पहले फिजिकल दे विच ही अंडरस्टैंड कर लिया सीगा। सैकेंड पॉइंट आ इरिवर्सिबल नेचर, मतलब कि रिएक्शन रिवर्स नहीं जाऊगी, है ना, जी एडसॉर्प्शन है रिवर्स नहीं जा सकती। मीनस अगर एक बारी गैस के मॉलिक्यूल्स एडसॉर्बेंट के सरफेस पर आके बॉन्ड बन गया, कैमिकल बॉन्ड स्ट्रोंग बॉन्ड बन गया, तो वह ब्रेक होके दोबारा तो गैस मॉलिक्यूल्स उस सरफेस में छड्ड के बाहर नहीं जा सकते। क्लीयर? इनू बोलते हैं इरिवर्सिबल नेचर। अगे थर्ड पॉइंट है इफेक्ट ऑफ टैंपरेचर। मीनस टैंपरेचर वधाउण दे नाल कैमिकल एडसॉर्प्शन पहला इंक्रीज़ होंदी है, कुछ लिमिट तक कुछ एक्सटेंट तक इंक्रीज़ कर जाती है एडसॉर्प्शन, कैमिकल एडसॉर्प्शन। उस तो बाद हौली हौली घटनी शुरू हो जाती है रेगूलरली। ठीक है, एक्चुअली जो पहला लो टैंपरेचर होंदा, हीट घट मिलती है, तो जोड़े गैस के मॉलिक्यूल्स आ वो एडसॉर्ब होंगे आ बाय फिजिकल एडसॉर्प्शन। मीनस उन्होंने कोई स्ट्रोंग बॉन्ड नहीं बनता, सिंपल जुड़ जाते आके बैठ जाते हैं ना उन एडसॉर्बेंट के सरफेस से। बट जो जो टैंपरेचर हाई होने लगता है तो जोड़े वीक वंडरवल फोर्सिस सीगियां, ठीक है, वो जोड़े आ स्ट्रोंग बॉन्ड्स बन जाते हैं, उन्होंने मॉलिक्यूल्स के नाल स्ट्रोंग बॉन्ड बन जाते हैं एडसॉर्बेंट के सरफेस के नाल। एग्जाम्पल देखिए, ए निकल दा सॉलिड है, ठीक है, मीनस इनू आप एडसॉर्बेंट मनना है। ये वाला पूरा निकल निकल लिखा है, मीनस ये सॉलिड एडसॉर्बेंट आ, ठीक है। ए ऊपर H2 हाइड्रोजन गैस है, एक ही है H2 है हाइड्रोजन गैस। ਇਹਦਾ बॉन्ड किवें बनया, हाइड्रोजन हाइड्रोजन +1 पढ़िया है तुसीं लोई स्ट्रक्चर, एक इलैक्ट्रॉन होंदा हाइड्रोजन के बाहर, इस हाइड्रोजन के बाहर भी एक इलैक्ट्रॉन आ, तो 2 इलैक्ट्रॉन का बॉन्ड बनता है, सो इक्विवेलेंट बॉन्ड है। सो ये जो बॉन्ड बनया हाइड्रोजन हाइड्रोजन ये H2 का मॉलीक्यूल पहला की है ये एडसॉर्बेंट ते आके, ठीक है, सिंपल वीक वंडरवल फोर्सिस ने ना अटैच होगा। आ देखो एरो पाया भी हौली हौली ये H2 मॉलीक्यूल किधर आ रहा वा, इस निकल दे एडसॉर्बेंट के कोल आ रहा है, ठीक है। की हो रही है, फिजिकल एडसॉर्प्शन हो रही है। क्लीयर है? उस बाद देखते हैं अगों की हो रहा है। ये जो हाइड्रोजन तो H2 ही है, ठीक है, खोल के लिखा है हाइड्रोजन हाइड्रोजन का बॉन्ड बनाया है। सो जो फिजिकल एडसॉर्प्शन होनी है सिंपल वीक वंडरवल फोर्सिस, देखो डॉट नाल दिखाया वा, कोई बॉन्ड नहीं बनी हुई, सिंपल फोर्स एक अट्रैक्शन एक खींच है सिंपल, ठीक है। सो ये H2 मॉलिक्यूल इधर नूं जा रहा है तो अट्रैक्शन बन रही है, एक ही एक वीक वंडरवल फोर्स है, ये भी एक वीक वंडरवल फोर्स है, ठीक है। उस तो बाद की है जदों ये एक जुड़ के जाते ये नाल अट्रैक्ट हो जाते ये वल नूं, उस तो बाद की है कैमिकल एडसॉर्प्शन होंदी है। वो किवें होंदी है, जो थोड़ा जिहा टैंपरेचर मिलता है कैमिकल एडसॉर्प्शन के अंदर, थोड़ा जिहा भी टैंपरेचर मिलता है तो की होंदा है, ये वाला जो H हाइड्रोजन हाइड्रोजन का बॉन्ड है कि हो जाता ब्रेक हो जाता, टुट जाता है वाला बॉन्ड, ठीक है, ये ब्रेक हो जाता है। इधर देखो हाइड्रोजन हाइड्रोजन दे विच बॉन्ड नहीं है, जो टैंपरेचर मिलूगा फिर इस बॉन्ड ने ब्रेक करना, उदा नहीं करना। लो टैंपरेचर तो नहीं ब्रेक करेगा, सिंपल वीक वंडरवल फोर्सिस है, देखो सिंपल खिंच है, सिंपल अट्रैक्शन है लो टैंपरेचर से। जो ही टैंपरेचर इंक्रीज़ करांगे थोड़ा जिहा, ये वाला हाइड्रोजन हाइड्रोजन का बॉन्ड ब्रेक कर चुका, सेंटर च ब्रेक कर गया, फिर जो ये वाला कला हाइड्रोजन रह जाना, ये भी जो हाइड्रोजन आ कला रह जाना। इधर देखो जो ये हाइड्रोजन H2 गैस का मॉलीक्यूल 2 हाइड्रोजन कन्वर्ट हो गया अलग अलग, मीनस H2 कन्वर्ट हो गया हाइड्रोजन एटम, एक हाइड्रोजन एटम अलग हो गया, दूसरा हाइड्रोजन एटम अलग हो गया। क्लियर? सो उदों जोड़ा ये जोड़ा एडसॉर्बेंट है पूरा की है एडसॉर्बेंट है। क्लियर? ये सरफेस से कैमिकल बॉन्ड बनता है, मीनस निकल का बॉन्ड कि बन जाता हाइड्रोजन है, किहड़ा हाइड्रोजन है, ये वाला एक हाइड्रोजन, दूसरे निकल का बॉन्ड दूसरे हाइड्रोजन ना बनता, किहड़ा बॉन्ड बनता कैमिकल बॉन्ड, ये वाला जो बॉन्ड है कैमिकल बॉन्ड है, इधर भी जो बॉन्ड है किहड़ा है कैमिकल बॉन्ड है। क्लियर है? सो इस तरह कैमिकल एडसॉर्प्शन होंदी है। सब तो पहले नहीं कैमिकल एडसॉर्प्शन हो जाती, पहला की होंदा है जोड़ा गैस मॉलीक्यूल सिंपल अप्रोच करता है उस एडसॉर्बेंट को। क्लियर है? जिन्होंने आप बोलते हैं फिजिकल एडसॉर्प्शन। इधर देखो ये बॉन्ड ब्रेक नहीं होया, सिंपल इधर अट्रैक्शन दिखाई है, वीक फोर्सिस है जिन्होंने वंडरवल फोर्स बोलते हैं। फिर जो थोड़ा जिहा टैंपरेचर उन्होंने मिलता है तो ये टैंपरेचर ना बॉन्ड ब्रेक होंदा है, बॉन्ड ब्रेक होया
ਤਾਂ ਫਿਰ ਕੀ ਹੋਇਆ, ਅਲੱਗ-ਅਲੱਗ ਹੋ ਗਏ ਐਟਮਸ, ਉਹਦੇ ਐਟਮਸ ਅਲੱਗ-ਅਲੱਗ ਹੋ ਗਏ, ਤਾਂ ਫਿਰ ਉਹ ਵਾਲਾ ਐਟਮ ਜਿਹੜਾ ਆ ਐਡਜ਼ੋਰਬੈਂਟ ਦੇ ਐਟਮ ਦੇ ਨਾਲ ਕੈਮੀਕਲ ਬੌਂਡ ਬਣਾਉਂਦਾ ਹੈ ਜਿਹੜਾ ਕਿ ਸਟਰੋਂਗ ਬੌਂਡ ਹੁੰਦਾ ਹੈ। ਸਮਝ ਆਇਆ। ਸੋ ਅਗਰ ਪ੍ਰੈਸ਼ਰ ਇਨਕਰੀਜ਼ ਕਰ ਦਿੱਤਾ ਜਾਊਗਾ, ਟੈਂਪਰੇਚਰ ਤਾਂ ਇਨਕਰੀਜ਼ ਕਰਨ ਤੋਂ ਸਾਨੂੰ ਪਤਾ ਲੱਗ ਗਿਆ, ਜਿੱਦਾਂ ਜਿੱਦਾਂ ਟੈਂਪਰੇਚਰ ਨੂੰ ਇਨਕਰੀਜ਼ ਕਰੀ ਜਾਵਾਂਗੇ ਹਾਈਡਰੋਜਨ H2 ਤੋਂ HH ਐਟਮਸ ਦੇ ਵਿੱਚ ਮਤਲਬ ਮੋਲੀਕਿਊਲ ਤੋਂ ਐਟਮਸ ਬਣਨੇ ਸ਼ੁਰੂ ਹੋ ਜਾਊਗੇ, ਐਟਮਸ ਬਣਨੇ ਸ਼ੁਰੂ ਹੋ ਗਏ ਤਾਂ ਕੈਮੀਕਲ ਬੌਂਡ ਸਟਰੋਂਗ ਬੌਂਡ ਬਣਨਾ ਸ਼ੁਰੂ ਹੋ ਜਾਣ। ਫਿਰ ਇੱਦਾਂ ਮਤਲਬ ਐਡਜ਼ੋਰਪਸ਼ਨ ਇਨਕਰੀਜ਼ ਹੋ ਰਹੀ ਆ ਟੈਂਪਰੇਚਰ ਇਨਕਰੀਜ਼ ਕਰਨ। ਬਟ ਉਸ ਤੋਂ ਬਾਅਦ ਕੀ ਕਿਹਾ ਉਹਨੇ, ਜਿੱਦਾਂ ਹੀ ਟੈਂਪਰੇਚਰ ਜਿਹੜਾ ਹੈ ਇਨਕਰੀਜ਼ ਹੁੰਦਾ ਹੈ ਐਡਜ਼ੋਰਪਸ਼ਨ ਇਨਕਰੀਜ਼ ਹੁੰਦੀ ਹੈ, ਉਸ ਤੋਂ ਬਾਅਦ ਹੌਲੀ ਹੌਲੀ ਐਡਜ਼ੋਰਪਸ਼ਨ ਘਟਣੀ ਸ਼ੁਰੂ ਹੋ ਜਾਂਦੀ ਆ। ਉਹਦਾ ਰੀਜ਼ਨ ਕੀ ਆ, ਜਿੰਨਾ ਕੁ ਵੀ ਐਡਜ਼ੋਰਬੈਂਟ ਆ, ਜਿੰਨੇ ਵੀ ਬੌਂਡ ਬਣਨੇ ਸੀ ਬਣ ਗਏ, ਜਿੰਨੇ ਨਿਕਲ ਐਟਮ ਸੀਗੇ ਉਹਨਾਂ ਨੇ ਬੌਂਡ ਬਣਾ ਲਿਆ ਹਾਈਡਰੋਜਨ ਐਟਮ ਦੇ ਨਾਲ। ਅਗਰ ਸਾਰੇ ਦੇ ਸਾਰੇ ਨਿਕਲ ਐਟਮਸ ਨੇ ਹਾਈਡਰੋਜਨ ਐਟਮ ਨਾਲ ਬੌਂਡ ਬਣਾ ਲਏ, ਹੁਣ ਅੱਗੋਂ ਨਿਕਲ ਐਟਮ ਕੋਈ ਬਚਿਆ ਹੀ ਨਹੀਂ। ਠੀਕ ਹੈ, ਮਤਲਬ ਸਰਫੇਸ ਸਾਰਾ ਖਤਮ ਹੋ ਗਿਆ, ਸਰਫੇਸ ਸਾਰਾ ਖਤਮ ਹੋ ਗਿਆ ਤਾਂ ਐਡਜ਼ੋਰਪਸ਼ਨ ਕਿੱਥੋਂ ਹੋਏਗੀ। ਕਲੀਅਰ ਆ। ਸੋ ਜਿੱਦਾਂ ਜਿੱਦਾਂ ਟੈਂਪਰੇਚਰ ਇਨਕਰੀਜ਼ ਕਰਦਾ ਹੈ, ਜਿੰਨਾ ਕੁ ਸਰਫੇਸ ਹੁੰਦਾ ਆ ਬੌਂਡਸ ਬਣਦੇ ਜਾਂਦੇ ਆ ਅਤੇ ਐਡਜ਼ੋਰਪਸ਼ਨ ਇਨਕਰੀਜ਼ ਹੁੰਦੀ ਜਾਂਦੀ ਆ। ਸਰਫੇਸ ਖਤਮ ਹੋ ਗਿਆ ਭਾਵੇਂ ਜਿੰਨਾ ਮਰਜ਼ੀ ਟੈਂਪਰੇਚਰ ਇਨਕਰੀਜ਼ ਕਰੀ ਜਾਓ, ਅੱਗੋਂ ਐਡਜ਼ੋਰਪਸ਼ਨ ਨਹੀਂ ਹੋਣੀ। ਸਮਝ ਆਇਆ। ਸੋ ਇਸੇ ਕਰਕੇ ਪਹਿਲਾਂ ਇਨਕਰੀਜ਼ ਕਰਦੀ ਹੈ ਐਡਜ਼ੋਰਪਸ਼ਨ, ਬਾਅਦ 'ਚ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਰਫੇਸ ਘਟਣਾ ਸ਼ੁਰੂ ਹੋ ਜਾਂਦਾ ਹੈ। ਬਾਅਦ ਵਿੱਚ ਬਿਲਕੁਲ ਐਡਜ਼ੋਰਪਸ਼ਨ ਨਹੀਂ ਹੁੰਦੀ। ਕਿਉਂ? ਕਿਉਂਕਿ ਪੂਰੇ ਦਾ ਪੂਰਾ ਜਿਹੜਾ ਸਰਫੇਸ ਸੀਗਾ ਉਹ ਹਾਈਡਰੋਜਨ ਐਟਮ ਜੁੜ ਗਏ ਉਹਦੇ ਨਾਲ, ਅੱਗੋਂ ਹੋਰ ਸਰਫੇਸ ਦੇ ਵਿੱਚ ਜਗ੍ਹਾ ਨਹੀਂ ਹੈਗੀ। ਓਕੇ, ਸੋ ਇਹ ਰੀਜ਼ਨ ਹੈ ਟੈਂਪਰੇਚਰ ਦਾ ਕਿ ਟੈਂਪਰੇਚਰ ਵਧਾਉਣ ਦੇ ਨਾਲ ਕੀ ਹੁੰਦਾ ਹੈ। ਅਗਰ ਪ੍ਰੈਸ਼ਰ ਵਧਾ ਦਈਏ, ਦੇਖੋ ਇਹ ਗੈਸ ਆ, ਅਗਰ ਇਹਦੇ ਉੱਪਰ ਹਾਈਡਰੋਜਨ ਗੈਸ ਦੇ ਉੱਪਰ ਆਪਾਂ ਪ੍ਰੈਸ਼ਰ ਲਗਾ ਦਈਏ, ਪ੍ਰੈਸ਼ਰ ਮਤਲਬ ਜ਼ਿਆਦਾ ਇਹਦੇ 'ਤੇ ਪ੍ਰੈਸ਼ਰ ਐਗਜ਼ਰਟ ਕਰੀਏ ਤਾਂ ਇਹ ਮੋਲੀਕਿਊਲ ਛੇਤੀ ਛੇਤੀ ਇਹਦੇ ਕੋਲ ਆਊਗੇ। ਅਗਰ ਛੇਤੀ ਛੇਤੀ ਇਸ ਐਡਜ਼ੋਰਬੈਂਟ ਦੇ ਕੋਲ ਆਊਗੇ ਇਹ ਹਾਈਡਰੋਜਨ ਗੈਸ ਦੇ ਮੋਲੀਕਿਊਲਸ ਤਾਂ ਛੇਤੀ ਛੇਤੀ ਫਿਜ਼ੀਕਲ ਐਡਜ਼ੋਰਪਸ਼ਨ ਹੋਊਗੀ। ਕਲੀਅਰ ਆ। ਉਸ ਤੋਂ ਬਾਅਦ ਅਗਰ ਪ੍ਰੈਸ਼ਰ ਵਧਿਆ ਹੋਊਗਾ, ਟੈਂਪਰੇਚਰ ਵੀ ਵਧਿਆ ਹੋਊਗਾ ਤਾਂ ਕੀ ਹੋਊਗਾ, ਛੇਤੀ ਛੇਤੀ ਬੌਂਡ ਬ੍ਰੇਕ ਕਰ ਜੂਗਾ। ਠੀਕ ਹੈ। ਅਗਰ ਪ੍ਰੈਸ਼ਰ ਘੱਟ ਹੋਊਗਾ, ਇਹਨੂੰ ਥੋੜ੍ਹਾ ਟਾਈਮ ਲੱਗੂਗਾ ਇਸ ਐਡਜ਼ੋਰਬੈਂਟ को आने लिए। प्रेशर ज़्यादा होगा, फटाफट ये हाइड्रोजन जो मॉलिक्यूल है फटाफट एडजॉर्बेंट को आ चुका। सो प्रेशर इनक्रीज है, टैंपरेचर इनक्रीज है, कैमिकल एडजॉर्प्शन पहला इनक्रीज कर दिया, बट लास्ट में हौली हौली जिदा जिदा सरफेस घटता रहिंदा है उदा उदा एडजॉर्प्शन भी घटती रहिंदी है। क्लीयर है। आई होप तुहानूं ये कंसैप्ट समझ आ गया होगा। अगे फोर्थ पॉइंट आ हाई सिलैक्टिविटी मीनस बड़ा पर्टिकुलर एडजॉर्बेंट आ पर्टिकुलर एडजॉर्बेट नाल ही बॉन्ड बनाऊगा। ठीक है, क्योंकि कैमिकल बॉन्ड बनता है। सो बॉन्ड्स पर ये नहीं भी हरेक किसी ने बॉन्ड्स बन जाते, ऐदा नहीं होंदा। पर्टिकुलर गैस जिहड़ी आ पर्टिकुलर सॉलिड दे नाल जिहड़ा बॉन्ड बनाऊगी। जिद्दां आपां हुणे एग्जांपल कीती निकल ते हाइड्रोजन दी, निकल जिहड़ा हाइड्रोजन नाल बॉन्ड बनाउण दी टेंडेंसी रखदा है। क्लीयर। सो यह नहीं है भी जिहड़ा निकल है वो किसी भी एटम नाल बॉन्ड बना सकता, इदां नहीं है। सो इत्थे हाई सिलैक्टिविटी है, मीन सिलैक्टिड चीज़ां ही बॉन्ड बनाउंदियां किसी सिलैक्टिड सिलैक्टिड एडजॉर्बेंट दे नाल बॉन्ड्स बना सकते हैं। क्लीयर। एग्जाम्पल जिहड़ा ऑक्सीजन है वो ऑक्साइड बनाता है किसी मैटल नाल जुड़ के। ठीक है, मैटल ऑक्साइड्स पढ़े है ना पर रिडक्शन के अंदर। सो किहड़े मैटल्स नाल बनाता है, जिहड़े ज़्यादा इलैक्ट्रोपॉजिटिव मैटल्स होंदे आ, ऑक्सीजन उन्हां नाल कंबाइन करता है। क्लीयर। सो जिहड़ा हाइड्रोजन है वो ट्रांजिशन मैटल्स होंदे आ। ट्रांजिशन मैटल किहड़े आ, जिहड़े डी ब्लॉक के अंदर आते हैं। ठीक है, डी ब्लॉक के जिहड़े ट्रांजिशन मैटल्स आ उन्हां नाल हाइड्रोजन बॉन्ड बनाता। निकल देख लियो डी ब्लॉक के अंदर आता, पीरियोडिक टेबल चैक करियो। सो जिहड़ा हाइड्रोजन है वो ट्रांजिशन मैटल के नाल जुड़ के हाइड्राइड फॉर्मेशन करता, हाइड्राइड्स। नैक्सट पॉइंट है यूनीमोलीक्यूलर लेयर ऑफ एडजॉर्प्शन। ये भी असीं बहुत चंगे तरीके नाल फिजिकल एडजॉर्प्शन के अंदर पढ़ लिया सीगा। मीनस कैमिकल एडजॉर्प्शन के अंदर इक्को ही क्यों बनती है लेयर, मोनो लेयर इक्को ही क्यों बनती है। यूनी का मतलब वन, इक्को ही सिंगल लेयर बनती है क्योंकि ਜਿਹੜੇ कैमिकल बॉन्ड्स बनते, स्ट्रोंग बॉन्ड्स बनते हैं। ठीक है। सो इक्को लेयर है, जी दूजी लेयर आ उन्होंने तो सरफेस मिलता ही नहीं है बॉन्ड बनाने लिए। सो कितों बनेगी दूजी लेयर। सो ये यूनीमोलीक्यूलर लेयर ही बनाते हैं कैमिकल एडजॉर्प्शन के अंदर। अगे है सरफेस एरिया ऑफ एडजॉर्बेंट। ये भी असीं पढ़ चुके हैं, चाहे फिजिकल एडजॉर्प्शन है चाहे कैमिकल एडजॉर्प्शन है। जिन्ना ज़्यादा सरफेस एरिया होगा उन्नी ज़्यादा एडजॉर्प्शन होनी है। नैक्सट है साढ़े को फैक्टर्स अफेक्टिंग एडजॉर्प्शन ऑफ गैसेज ऑन सॉलिड्स। फर्स्ट पॉइंट है साढ़े को नेचर ऑफ गैस। ये आप पढ़ चुके हैं कि जिन्ना ज़्यादा जिहड़ा गैस का क्रिटिकल टैंपरेचर होगा उन्नी ज़्यादा वो छेती तरीके नाल लिक्विफाई होगी गैस, उन्नी ज़्यादा एडजॉर्प्शन होगी। सैकेंड पॉइंट आ नेचर ऑफ एडजॉर्बेंट। जिहड़ा एक्टिवेटेड चारकोल आ वो
ਉਹ ਵਾਲੀਆਂ ਗੈਸਾਂ ਨੂੰ ਈਜ਼ੀਲੀ ਅਬਜ਼ੌਰਬ ਕਰਦਾ ਹੈ, ਜਿਹੜੀਆਂ ਛੇਤੀ ਲਿਕੁਈਫਾਈ ਹੋ ਜਾਂਦੀਆਂ ਆ। ਬਹੁਤ ਸਾਰੀਆਂ ਪੋਇਜ਼ਨਸ ਗੈਸਿਸ ਆ ਜਿਹੜੀਆਂ ਚਾਰਕੋਲ ਜਿਹੜੇ ਆਪਣੇ ਸਰਫੇਸ 'ਤੇ ਅਬਜ਼ੌਰਬ ਕਰਵਾਉਂਦਾ ਹੈ, ਠੀਕ ਹੈ। ਇਸ ਕਰਕੇ ਚਾਰਕੋਲ ਦੇ ਮਾਸਕ ਜਿਹੜੇ ਆ ਉਹ ਬਣਾਏ ਜਾਂਦੇ ਆ ਜਿਹੜੇ ਫੇਸ 'ਤੇ ਲਗਾਉਣ ਦੇ ਲਈ, ਤਾਂ ਕਿ ਜਿਹੜੀਆਂ ਪੋਇਜ਼ਨਸ ਗੈਸਾਂ ਆ ਉਹ ਜਿਹੜਾ ਮਾਸਕ ਅਬਜ਼ੌਰਬ ਕਰ ਲਵੇ ਆਪਣੇ ਸਰਫੇਸ 'ਤੇ। ਜਿਹੜੀਆਂ ਇੰਡਸਟਰੀਜ਼ ਹੁੰਦੀਆਂ ਜਾਂ ਜਿੱਥੇ ਮਾਈਨਿੰਗ ਵਗੈਰਾ ਹੁੰਦੀ ਹੈ, ਉੱਥੇ ਜਿਹੜੇ ਲੋਕ ਕੰਮ ਕਰਦੇ ਆ ਉੱਥੇ ਉਹ ਮਾਸਕ ਲਗਾ ਕੇ ਕੰਮ ਕਰਦੇ ਆ, ਤਾਂ ਕਿ ਜਿਹੜੀਆਂ ਖਤਰਨਾਕ ਗੈਸਾਂ ਉੱਥੇ ਪਾਈਆਂ ਜਾਂਦੀਆਂ ਆ ਉਹ ਉਹਨਾਂ ਦੇ ਅੰਦਰ ਨਾ ਜਾਣ, ਉਹ ਉਹਨਾਂ ਦੀ ਹੈਲਥ ਨਾ ਖਰਾਬ ਹੋ ਜਾਵੇ। ਸੋ ਮਾਸਕ ਜਿਹੜਾ ਪੋਇਜ਼ਨਸ ਗੈਸਾਂ ਨੂੰ ਆਪਣੇ ਸਰਫੇਸ 'ਤੇ ਅਬਜ਼ੌਰਬ ਕਰਕੇ ਰੱਖਦਾ ਆ। ਗੈਸਿਸ ਹਾਈਡਰੋਜਨ, ਨਾਈਟ੍ਰੋਜਨ ਐਂਡ ਆਕਸੀਜਨ, ਇਹ ਜਿਹੜੀਆਂ ਗੈਸਿਸ ਆ ਜਨਰਲੀ ਅਬਜ਼ੌਰਬ ਹੁੰਦੀਆਂ ਆ ਟ੍ਰਾਂਜ਼ੀਸ਼ਨ ਮੈਟਲਸ ਦੇ ਜਿਹੜੇ ਅਬਜ਼ੌਰਬੈਂਟ ਹੁੰਦੇ। ਸੋ ਜਿਹੜੇ ਬੈਸਟ ਜਿਹੜੇ ਯੂਜ਼ ਹੁੰਦੇ ਆ ਅਬਜ਼ੌਰਬੈਂਟ, ਕਾਮਨ ਅਬਜ਼ੌਰਬੈਂਟ ਆ ਉਹ 'ਚ ਬਹੁਤ ਜ਼ਿਆਦਾ ਯੂਜ਼ ਹੁੰਦੇ ਆ। ਪਹਿਲਾਂ ਆਪਾਂ ਗੱਲ ਕੀਤੀ ਐਕਟੀਵੇਟਿਡ ਚਾਰਕੋਲ ਦੀ, ਉਹ ਯੂਜ਼ ਹੁੰਦਾ ਅਬਜ਼ੌਰਬੈਂਟ, ਗੁੱਡ ਅਬਜ਼ੌਰਬੈਂਟ ਦਾ ਕੰਮ ਕਰਦਾ ਆ। ਦੂਜਾ ਮੈਟਲਸ ਹੁੰਦੀਆਂ ਫਾਈਨਲੀ ਡਿਵਾਈਡਡ, ਮਤਲਬ ਜਿਹੜੇ ਬਹੁਤ ਛੋਟੇ ਛੋਟੇ ਪੀਸਿਸ ਵਿੱਚ ਕੱਟ ਹੋਈਆਂ ਹੁੰਦੀਆਂ, ਯਾਨੀ ਕਿ ਸਰਫੇਸ ਏਰੀਆ ਜ਼ਿਆਦਾ ਚਾਹੀਦਾ ਸਾਨੂੰ ਮੈਟਲਸ ਦਾ। ਤੀਸਰਾ ਹੈ ਮੈਟਲ ਦੇ ਆਕਸਾਈਡਸ, ਜਿੱਦਾਂ ਸਿਲਿਕਾ ਜੈਲ ਹੋ ਗਿਆ, ਐਲੂਮੀਨੀਅਮ ਆਕਸਾਈਡ ਹੋ ਗਿਆ, ਇਹ ਮੈਟਲ ਦੇ ਆਕਸਾਈਡਸ ਆ। ਕਲੀਅਰ, ਇਹ ਵੀ ਜਿਹੜੇ ਅਬਜ਼ੌਰਬੈਂਟ ਦਾ ਕੰਮ ਕਰਦੇ ਆ। ਅਤੇ ਕਲੇ ਹੁੰਦੀ ਹੈ ਇੱਕ, ਉਹ ਵੀ ਅਬਜ਼ੌਰਬੈਂਟ ਦਾ ਕੰਮ ਕਰਦੀ ਆ। ਥਰਡ ਪੁਆਇੰਟ ਆ ਸਪੈਸੀਫਿਕ ਏਰੀਆ ਆਫ ਅਬਜ਼ੌਰਬੈਂਟ, ਕਿ ਜਿਹੜਾ ਅਬਜ਼ੌਰਬੈਂਟ ਆ ਉਹਦੇ ਲਈ ਸਾਨੂੰ ਜ਼ਿਆਦਾ ਏਰੀਆ ਚਾਹੀਦਾ ਹੈ ਨਾ ਅਬਜ਼ੌਰਬ ਕਰਾਉਣ ਲਈ ਕਿਸੇ ਵੀ ਗੈਸ ਮੋਲੀਕਿਊਲ ਨੂੰ ਸੋਲਿਡ 'ਤੇ। ਜਿੰਨਾ ਜ਼ਿਆਦਾ ਏਰੀਆ ਹੋਊਗਾ ਉਨਾ ਜ਼ਿਆਦਾ ਕੀ ਹੋਊਗਾ, ਅਬਜ਼ੌਰਪਸ਼ਨ ਹੋਊਗੀ। ਕਲੀਅਰ ਆ। ਸੋ ਅਗਰ ਸਰਫੇਸ ਦੇ ਅੰਦਰ ਪੋਰਸ ਜ਼ਿਆਦਾ ਆ, ਮਤਲਬ ਪੋਰਸ ਦਾ ਇੰਨਾ ਸਾਈਜ਼ ਹੈਗਾ ਆ ਕਿ ਉਹ ਗੈਸ ਦੇ ਮੋਲੀਕਿਊਲ ਨੂੰ ਆਪਣੇ ਸਰਫੇਸ 'ਤੇ ਬਿਠਾ ਕੇ ਆਪਣੇ ਸਰਫੇਸ 'ਤੇ ਅਬਜ਼ੌਰਬ ਕਰਾ ਕੇ ਫਰਦਰ ਰਿਐਕਸ਼ਨ ਕਰਵਾ ਸਕਣ, ਇੰਨਾ ਕੁ ਉਹਨਾਂ ਦੇ ਪੋਰਸ ਹੋਣੇ ਚਾਹੀਦੇ ਆ। ਕਲੀਅਰ। ਸੋ ਜਿੰਨੇ ਵਧੀਆ ਪੋਰਸ ਹੋਣਗੇ, ਜਿੰਨੀ ਫਾਈਨਲੀ ਡਿਵਾਈਡਡ ਫਾਰਮ ਹੋਊਗੀ ਅਬਜ਼ੌਰਬੈਂਟ ਦੀ, ਉਨੀ ਜ਼ਿਆਦਾ ਅਬਜ਼ੌਰਪਸ਼ਨ ਹੋਊਗੀ। ਅੱਗੇ ਨੈਕਸਟ ਪੁਆਇੰਟ ਆ ਇਫੈਕਟ ਆਫ ਟੈਂਪਰੇਚਰ। ਇਹ ਅਸੀਂ ਬਹੁਤ ਚੰਗੇ ਤਰੀਕੇ ਨਾਲ ਪੜ੍ਹ ਚੁੱਕੇ ਹਾਂ। ਲੋ ਟੈਂਪਰੇਚਰ ਅਤੇ ਹਾਈ ਪ੍ਰੈਸ਼ਰ 'ਤੇ ਜਿਹੜੀ ਅਬਜ਼ੌਰਪਸ਼ਨ ਹੈ ਉਹ ਗੁੱਡ ਹੁੰਦੀ ਆ, ਉਹ ਜ਼ਿਆਦਾ ਹੁੰਦੀ ਆ। ਕਲੀਅਰ। ਅਗਰ ਟੈਂਪਰੇਚਰ ਆਪਾਂ ਜ਼ਿਆਦਾ ਕਰਦੇ ਜਾਵਾਂਗੇ ਤਾਂ ਅਬਜ਼ੌਰਪਸ਼ਨ ਇੰਨੀ ਵਧੀਆ ਨਹੀਂ ਹੁੰਦੀ। ਕਲੀਅਰ। ਕੈਮੀਕਲ ਅਬਜ਼ੌਰਪਸ਼ਨ ਦੇ ਲਈ ਸਾਨੂੰ ਟੈਂਪਰੇਚਰ ਇੰਨਾ ਕੁ ਹੀ ਚਾਹੀਦਾ ਹੈ ਕਿ ਉਹਨਾਂ ਦੇ ਜਿਹੜੇ ਗੈਸ ਮੋਲੀਕਿਊਲ, ਜਿਵੇਂ ਹਾਈਡਰੋਜਨ ਦੇ ਆਪਾਂ ਗੱਲ ਕੀਤੀ ਸੀ H2, ਹਾਈਡਰੋਜਨ ਦਾ ਬੌਂਡ ਬ੍ਰੇਕ ਹੋ ਜਾਵੇ। ਘੱਟ ਤੋਂ ਘੱਟ ਜਿੰਨਾ ਟੈਂਪਰੇਚਰ ਲੱਗਦਾ ਬਸ ਉਨਾ ਕੁ ਟੈਂਪਰੇਚਰ ਚਾਹੀਦਾ ਆ। ਕਲੀਅਰ, ਤਾਂ ਕਿ ਬ੍ਰੇਕ ਹੋ ਕੇ ਉਹ ਅੱਗੋਂ ਆਪਣੀ ਅਬਜ਼ੌਰਪਸ਼ਨ ਕਰਵਾ ਸਕੇ, ਕੈਮੀਕਲ ਬੌਂਡ ਬਣਾ ਸਕੇ। ਉਸ ਤੋਂ ਜ਼ਿਆਦਾ ਟੈਂਪਰੇਚਰ ਦੀ ਲੋੜ ਨਹੀਂ ਹੈ। ਅਗਰ ਜ਼ਿਆਦਾ ਟੈਂਪਰੇਚਰ ਹੋਏਗਾ, ਜਿਹੜਾ ਅੱਗੋਂ ਬੌਂਡ ਬਣੇਗਾ ਵੀ ਉਹ ਵੀ ਬ੍ਰੇਕ ਹੋ ਜਾਏਗਾ। ਕਲੀਅਰ। ਸੋ ਹਾਈ ਪ੍ਰੈਸ਼ਰ ਅਗਰ ਹੈਗਾ ਹੈ ਸਾਡੇ ਕੋਲ, ਟੈਂਪਰੇਚਰ ਸਾਨੂੰ ਘੱਟ ਹੀ ਚਾਹੀਦਾ ਹੈ, ਹਾਈ ਟੈਂਪਰੇਚਰ ਨਹੀਂ ਚਾਹੀਦਾ। ਠੀਕ ਹੈ। ਲੋ ਟੈਂਪਰੇਚਰ ਐਂਡ ਹਾਈ ਪ੍ਰੈਸ਼ਰ ਸਾਨੂੰ ਕੀ ਦਿੰਦੇ ਆ, ਗੁੱਡ ਅਬਜ਼ੌਰਪਸ਼ਨ ਦਿੰਦੇ ਆ। ਕਲੀਅਰ। ਅਗਰ ਟੈਂਪਰੇਚਰ ਜ਼ਿਆਦਾ ਹੋ ਜਾਵੇ, ਪ੍ਰੈਸ਼ਰ ਘੱਟ ਜਾਵੇ ਤਾਂ ਡਿਸऑਪਸ਼ਨ ਹੋ ਜਾਂਦੀ ਹੈ, ਮੀਨਸ ਰਿਐਕਸ਼ਨ ਜਿਹੜੀ ਹੈ ਰਿਵਰਸੀਬਲ ਹੋਣ ਦੇ ਚਾਂਸਿਸ ਆ, ਕਿ ਡੀਸऑਪਸ਼ਨ ਜਿਹਨੂੰ ਬੋਲਦੇ ਆ, ਕਿ ਗੈਸ ਦੇ ਮੋਲੀਕਿਊਲਸ ਉਹ ਸੋਲਿਡ 'ਤੇ ਨਹੀਂ ਰਹਿੰਦੇ, ਉਹ ਸੋਲਿਡ ਤੋਂ ਵਾਪਸ ਦੂਰ ਚਲੇ ਜਾਂਦੇ ਆ। ਕਲੀਅਰ। ਇਹ ਜਿਹੜਾ ਲੋ ਟੈਂਪਰੇਚਰ ਐਂਡ ਹਾਈ ਪ੍ਰੈਸ਼ਰ ਦਾ ਆਪਾਂ ਇਫੈਕਟ ਪੜ੍ਹਿਆ ਹੈ, ਇਹ ਸਿਰਫ ਔਰ ਸਿਰਫ ਉਦੋਂ ਆ ਜਦੋਂ ਅਬਜ਼ੌਰਬੈਂਟ ਸਾਡੇ ਕੋਲ ਸੋਲਿਡ ਆ ਔਰ ਅਬਜ਼ੌਰਬਡ ਗੈਸ ਆ, ਮਤਲਬ ਗੈਸ ਔਨ ਇਜ਼ ਸੋਲਿਡ। ਉਸ ਕੇਸ ਦੇ ਵਿੱਚ ਸਭ ਤੋਂ ਜ਼ਿਆਦਾ ਫੇਵਰੇਬਲ ਕੰਡੀਸ਼ਨ ਆ ਕਿ ਟੈਂਪਰੇਚਰ ਘੱਟ ਹੋਵੇ, ਪ੍ਰੈਸ਼ਰ ਜ਼ਿਆਦਾ ਹੋਵੇ, ਅਬਜ਼ੌਰਪਸ਼ਨ ਗੁੱਡ ਹੁੰਦੀ। ਓਕੇ। ਅੱਗੇ ਨੈਕਸਟ ਆ ਸਾਡੇ ਕੋਲ ਐਕਟੀਵੇਸ਼ਨ ਆਫ ਅਬਜ਼ੌਰਬੈਂਟ, ਮਤਲਬ ਅਬਜ਼ੌਰਬੈਂਟ ਨੂੰ ਐਕਟੀਵੇਟ ਕਿੱਦਾਂ ਕਰੀਏ ਕਿ ਉਹ ਵੱਧ ਤੋਂ ਵੱਧ ਅਬਜ਼ੌਰਪਸ਼ਨ ਕਰਾਵੇ ਨਾ ਗੈਸ ਦੀ। ਸੋ ਪਹਿਲਾਂ ਇਹ ਹੈ ਕਿ ਜਿਹੜੇ ਮੈਟਲਸ ਆ ਉਹਦੇ ਜਿਹੜੇ ਸਰਫੇਸ ਆ ਉਹਨੂੰ ਰਫ ਕਰ ਦਿੱਤਾ ਜਾਵੇ, ਹੈ ਨਾ। ਰਫ ਦਾ ਮਤਲਬ ਕਿ ਅਗਰ ਪਲੇਨ ਸਰਫੇਸ ਆ ਉਹਨੂੰ ਥੋੜ੍ਹਾ ਖ਼ਰਾਬ ਕਰ ਦਿੱਤਾ ਜਾਵੇ, ਰਫ ਕਰਤਾ ਜਾਵੇ। ਕਲੀਅਰ। ਜਾਂ ਉਹਨੂੰ ਕੱਟ ਦਿੱਤਾ ਜਾਵੇ, ਕਟਿੰਗ ਕਰ ਦਿੱਤੀ ਜਾਵੇ ਵਿੱਚੋਂ ਉਹਨੂੰ ਰਫ ਕਹਿ ਦਿੰਦੇ, ਰਫ ਸਰਫੇਸ ਹੋ ਗਿਆ। ਕਲੀਅਰ। ਦੂਸਰਾ ਪੁਆਇੰਟ ਆ ਸਾਡੇ ਕੋਲ ਕਿ ਇਹਦੀ ਕਿੱਦਾਂ ਆਪਾਂ ਅਬਜ਼ੌਰਪਸ਼ਨ ਵਧਾ ਸਕਦੇ ਹਾਂ, ਅਬਜ਼ੌਰਬਿੰਗ ਪਾਵਰ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ ਅਬਜ਼ੌਰਬੈਂਟ ਦੀ। ਉਹਨੂੰ ਛੋਟੇ ਛੋਟੇ ਪੀਸਿਸ ਵਿੱਚ ਤੋੜ ਦਿਓ। ਆਪਾਂ ਪਹਿਲੇ ਪੜ੍ਹਿਆ ਹੈ ਨਾ ਕਿ ਉਹਨੂੰ ਸਬ ਡਿਵਾਈਡ ਕਰ ਦਿਓ ਪੀਸਿਸ ਦੇ ਵਿੱਚ, ਸਮੋਲ ਪੀਸਿਸ ਦੇ ਵਿੱਚ, ਉਹਦਾ ਸਰਫੇਸ ਏਰੀਆ ਵੱਧ ਜਾਊਗਾ, ਅਬਜ਼ੌਰਪਸ਼ਨ ਵੱਧ ਜਾਊਗੀ। ਠੀਕ ਹੈ। ਅਬਜ਼ੌਰਬਿੰਗ ਪਾਵਰ ਵੱਧ ਗਈ ਤਾਂ ਓਬਵੀਅਸਲੀ ਅਬਜ਼ੌਰਪਸ਼ਨ ਵੀ ਵੱਧ ਜਾਏਗੀ। ਅਗੇਨ ਥਰਡ ਪੁਆਇੰਟ ਹੈ ਕਿ ਅਗਰ ਜਿਹੜੇ ਕੁਛ ਅਬਜ਼ੌਰਬੈਂਟ ਹੁੰਦੇ ਆ ਜਿਹਨਾਂ ਨੂੰ ਸਟਰੋਂਗਲੀ ਹੀਟ ਕਰਦੇ, ਇੱਦਾਂ ਦੇ ਅਬਜ਼ੌਰਬੈਂਟ ਜਿਹਦੇ ਅੰਦਰ ਪੋਰਸ ਹੋਣ ਨਾ, ਪੋਰਸ ਮਤਲਬ ਖਾਲੀ ਤਾਂ ਹੋਵੇ, ਉਹਨੂੰ ਸਟਰੋਂਗਲੀ ਹੀਟ ਕਰ ਦਿੱਤਾ ਜਾਵੇ ਤਾਂ ਕਿ ਉਹ ਪੋਰਸ ਦੇ ਵਿੱਚ ਅਗਰ ਕੋਈ ਗੈਸ ਦੇ ਮੋਲੀਕਿਊਲਸ ਹੈਗੇ ਆ ਪਹਿਲੇ, ਉਹ ਜਿਹੜਾ ਉੱਥੋਂ ਇਵੈਪੋਰੇਟ ਹੋ ਜਾਣ, ਜਾਂ ਕਹਿ ਲਓ ਕਿ ਉੱਥੋਂ ਚਲੇ ਜਾਣ, ਦੂਰ ਚਲੇ ਜਾਣ, ਤਾਂ ਕਿ ਪਿੱਛੋਂ ਜਿਹੜਾ ਆ ਪੋਰਸ ਖਾਲੀ ਹੋ ਜਾਣ, ਵੈਕਿਊਮ ਹੋ ਜਾਵੇ। ਠੀਕ ਹੈ। ਸੋ ਤਾਂ ਕਿ ਜਿਹੜੀਆਂ ਬਾਕੀ ਹੋਰ ਗੈਸਿਸ ਆਉਣੀਆਂ ਅਬਜ਼ੌਰਪਸ਼ਨ ਦੇ ਲਈ ਉਹਨਾਂ ਨੂੰ ਥਾਂ ਮਿਲ ਜਾਵੇ। ਕਲੀਅਰ। ਸੋ ਹਾਈ ਟੈਂਪਰੇਚਰ 623 ਤੋਂ
1273 ਕੈਲਵਿਨ ਤੱਕ ਆਪਾਂ ਹੀਟ ਕਰ ਸਕਦੇ ਹਾਂ, ਡਿਪੈਂਡ ਕਰਦਾ ਕਿੱਦਾਂ ਦਾ ਐਡਜ਼ੋਰਬੈਂਟ ਆ। ਠੀਕ ਹੈ, ਸੋ ਹਾਈ ਟੈਂਪਰੇਚਰ 'ਤੇ ਹੀਟ ਕਰਾਂਗੇ ਆਪਾਂ ਐਡਜ਼ੋਰਬੈਂਟ ਨੂੰ ਤਾਂ ਉਹਦੇ ਪੋਰਸ ਖਾਲੀ ਹੋ ਚੁੱਕੇ, ਜਿਹੜੀ ਥੋੜੀ ਪਹਿਲਾਂ ਗੈਸ ਫਿਲ ਹੋਊਗੀ ਉਹਦੇ ਅੰਦਰ ਉਹ ਬਾਹਰ ਚਲੀ ਜਾਊਗੀ ਜਦੋਂ ਹੀਟ ਕਰਾਂਗੇ। ਇਹਨੂੰ ਬੋਲਦੇ ਆ ਸੁਪਰ ਹੀਟਿਡ ਸਟੀਮ ਕਰਨਾ। ਕਲੀਅਰ। ਸੋ ਚਾਰਕੋਲ ਨੂੰ ਇਸ ਮੈਥਡ ਦੇ ਨਾਲ ਜਿਹੜੇ ਪੋਰਸ ਉਹਦੇ ਖਾਲੀ ਕੀਤੇ ਜਾਂਦੇ ਆ ਤਾਂ ਕਿ ਬਾਅਦ 'ਚ ਜਿਹੜੀ ਗੈਸ ਹੈ ਉਹਨੂੰ ਥਾਂ ਮਿਲ ਸਕੇ ਐਡਜ਼ੋਰਪਸ਼ਨ ਦੇ ਲਈ। ਸੋ ਅੱਜ ਲਈ ਐਡਜ਼ੋਰਪਸ਼ਨ ਦਾ ਕਨਸੈਪਟ ਬਸ ਇੰਨਾ ਕੁ ਹੀ ਆ, ਬਾਕੀ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਕਲੀਅਰ। ਥੈਂਕ ਯੂ ਸੋ ਮਚ।